ਟੀਵੀ ਪੰਜਾਬ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਮਨਦੀਪ ਸਿੰਘ ਟੁੱਟ ਸਵਾਗਤ ਕਰਦਾ। ਹਰ ਰੋਜ਼ ਦੀ ਤਰ੍ਹਾਂ ਅੱਜ ਅਸੀਂ ਫੇਰ ਲੈ ਕੇ ਆਏ ਹਾਂ ਖਾਸ ਪੇਸ਼ਕਸ਼, ਜਿਹਦੇ ਵਿੱਚ ਅਸੀਂ ਕਰਾਂਗੇ ਪੰਜਾਬ ਦੀਆਂ ਅਤੇ ਕੈਨੇਡਾ ਦੀਆਂ ਖਾਸ ਖਬਰਾਂ ਤੇ ਚਰਚਾ। ਅਤੇ ਹਰ ਰੋਜ਼ ਦੀ ਤਰ੍ਹਾਂ ਮੇਰੇ ਨਾਲ ਅੱਜ ਵੀ ਜੁੜੇ ਹੋਏ ਨੇ ਜਲੰਧਰ ਤੋਂ ਮੇਰੇ ਸਹਿਯੋਗੀ ਜਸਵੀਰ ਜੀ। ਜਸਵੀਰ ਜੀ, ਸਭ ਤੋਂ ਪਹਿਲਾਂ ਤਾਂ ਸਵਾਗਤ ਹੈ ਤੁਹਾਡਾ। बहुत बहुत शुक्रिया मनदीप जी और जिन्ने भी टीवी पंजाब दे देखण वाले व्यूअर्स ने सारिਆਂ ਨੂੰ सत श्री अकाल आदाब नमस्कार जी। अच्छा जसवीर जी, बीते दिनों तो चाहे पंजाब होवे ते चाहे कनेडा, दो मुद्दे बहुत अहम रहे ने। ਉਹਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਨਾਲ ਜੁੜੇ ਹੋਏ। ਸਭ ਤੋਂ ਪਹਿਲਾਂ ਤਾਂ ਮੁੱਦਾ ਇਹ ਚੱਲ ਰਿਹਾ ਸੀ ਕਿ ਕੈਨੇਡਾ ਵਿੱਚ ਬਿਨਾਂ ਆਗਿਆ ਤੋਂ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਸਰੂਪ ਆ ਉਹਨਾਂ ਦੀ ਛਪਾਈ ਹੋ ਰਹੀ ਸੀ। ਤੇ ਇੱਕ ਬੀਤਣਾ ਤੋਂ ਬਹੁਤ ਵੱਡਾ ਮੁੱਦਾ ਸਾਹਮਣੇ ਆਇਆ ਸੀ ਕਿ ਬਹੁਤ ਸਾਰੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਸੀਗੇ, ਉਹ ਜਿਹਨੂੰ ਇਹ ਕਹਿ ਸਕਦੇ ਹਾਂ ਕਿ ਪਤਾ ਨਹੀਂ ਕਿੱਥੇ ਗਏ। ਉਹ ਹਜੇ ਤੱਕ ਕਿਸੇ ਰਿਕਾਰਡ ਵਿੱਚ ਨਹੀਂ ਕਿ ਉਹ ਕਿੱਥੇ ਲਾਪਤਾ ਹੋ ਗਏ ਜਾਂ ਕਿੱਥੇ ਗਏ ਨੇ, ਕਿਸੇ ਨੂੰ ਕੁਝ ਪਤਾ ਨਹੀਂ, ਜਿਹੜੇ ਖਾਸ ਕਰਕੇ ਸ਼੍ਰੋਮਣੀ ਕਮੇਟੀ ਜਿਹੜੀ ਆ ਉਹਦੇ ਕੋਲੋਂ। ਸੋ ਕੱਲ ਸੁਣਿਆ ਕਿ ਸ਼੍ਰੋਮਣੀ ਕਮੇਟੀ ਦੀ ਮੀਟਿੰਗ ਹੋਈ ਸੀ ਤੇ ਉਹਦੇ ਵਿੱਚ ਕਾਫੀ ਵੱਡੀ ਕਾਰਵਾਈ ਕੀਤੀ ਹੈ ਸ਼੍ਰੋਮਣੀ ਕਮੇਟੀ ਨੇ ਇਸ ਮੁੱਦੇ ਤੇ। बिल्कुल ਇਹ ਮੁੱਦਾ ਹੀ ਨਹੀਂ ਹੈ ਇੱਕ ਬਹੁਤ ਵੱਡਾ, ਬਲਕਿ ਕਿਉਂਕਿ ਭਾਵਨਾਤਮਕ ਤੌਰ ਤੇ ਸ਼ਰਧਾ ਦੇ ਨਾਲ ਜਿਹੜੀ ਆ ਉਹ ਚੀਜ਼ ਜੁੜੀ ਹੋਈ ਆ, ਲੋਕਾਂ ਦੀ ਧਾਰਮਿਕ ਆਸਥਾ ਦੇ ਨਾਲ ਜੁੜੀ ਹੋਈ ਆ। ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲਾਂ ਕਿਹਾ ਗਿਆ ਕਿ 267 ਸਰੂਪ ਜਿਹੜੇ ਆ ਉਹ ਗਾਇਬ ਨੇ, ਲੇਖੇ ਜੋਖੇ ਦੇ ਵਿੱਚ ਕਿਤੇ ਨਜ਼ਰ ਨਹੀਂ ਆਉਂਦੇ। ਬਾਅਦ ਦੇ ਵਿੱਚ ਜਿਹੜੀ ਜਾਂਚ ਕਮੇਟੀ ਬਣਾਈ ਗਈ ਸੀ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਤੋਂ ਬਾਅਦ, ਉਸ ਜਾਂਚ ਕਮੇਟੀ ਨੇ ਦੇਖਿਆ ਕਿ ਲੇਖੇ ਜੋਖੇ ਦੇ ਵਿੱਚ 267 ਨਹੀਂ ਬਲਕਿ 328 ਸਰੂਪ ਜਿਹੜੇ ਆ ਉਹ ਗਾਇਬ ਨੇ। ਔਰ 328 ਸਰੂਪਾਂ ਦਾ ਪਤਾ ਹੀ ਨਹੀਂ ਹੈ ਕਿ ਕਿੱਥੇ ਜਿਹੜੇ ਆ ਉਹ ਖੁਰਦ-ਬੁਰਦ ਕੀਤੇ ਗਏ, ਵੇਚੇ ਗਏ ਆ ਜਾਂ ਕੁਝ ਹੋਰ ਕੀਤਾ ਗਿਆ, ਕੁਝ ਨਹੀਂ ਪਤਾ ਲੱਗ ਰਿਹਾ। ਸੋ ਉਸ ਸਭ ਤੋਂ ਬਾਅਦ ਜਿਹੜਾ ਉਹ ਲੱਗਾ ਕਿ ਇਹ ਮਾਮਲਾ ਬਹੁਤ ਵੱਡਾ ਆ ਤੇ ਇਹਦੀ ਸੰਜੀਦਗੀ ਨਾਲ ਜਾਂਚ ਘੋਖ ਪੜਤਾਲ ਹੋਣੀ ਚਾਹੀਦੀ ਆ। ਦੇਖੇ ਗਏ ਰਜਿਸਟਰਾਂ ਦੇ ਵਿੱਚ ਕੱਟ-ਵੱਢ ਕੀਤੀ ਗਈ ਸੀਗੀ, ਹੇਰ-ਫੇਰ ਬਹੁਤ ਹੋਇਆ ਸੀਗਾ, ਜਿਹਦੇ ਤੋਂ ਬਾਅਦ ਜਿਹੜਾ ਆ ਇੱਕ ਰਿਪੋਰਟ ਜਿਹੜੀ ਆ ਉਸ ਜਾਂਚ ਟੀਮ ਨੇ ਦਿੱਤੀ। ਲਗਭਗ 1000 ਪੰਨਿਆਂ ਦੀ ਉਹ ਰਿਪੋਰਟ ਸੀ। 10 ਕੁ ਪੰਨਿਆਂ ਦੀ ਪੜਤਾਲੀਆ ਰਿਪੋਰਟ ਜਿਹੜੀ ਸੀਗੀ ਤੇ ਉਹ ਸਾਫ਼ ਦੱਸਦੀ ਸੀ ਕਿ ਜਿਹੜੇ ਕਰਮਚਾਰੀ ਸੀ, ਅਧਿਕਾਰੀ ਸੀ, ਉਹਨਾਂ ਦੀ ਮਿਲੀ ਭੁਗਤ ਦੇ ਨਾਲ ਹੀ ਇਹ ਸਾਰਾ ਕੁਝ ਕੀਤਾ ਗਿਆ ਜੀ। ਉਸ ਤੋਂ ਬਾਅਦ ਕੱਲ ਅੰਤਰਿੰਗ ਕਮੇਟੀ ਦੀ ਮੀਟਿੰਗ ਹੋਈ ਔਰ ਮੀਟਿੰਗ ਖਾਸੀ ਹੰਗਾਮਾ ਖੇਜ਼ ਸੀ। ਔਰ ਮੀਟਿੰਗ ਦੇ ਵਿੱਚ ਬਕਾਇਦਾ ਜਿਹੜਾ ਆ 12 ਦੇ ਕਰੀਬ ਲੋਕਾਂ ਦੇ ਉੱਤੇ ਜਿਹੜੀ ਆ ਉਹ ਸਖਤ ਕਾਰਵਾਈ ਕੀਤੀ ਗਈ ਹੈ, ਉਹਨਾਂ ਨੂੰ ਦੋਸ਼ੀ ਪਾਇਆ ਗਿਆ। ਇਹਦੇ ਵਿੱਚ 5 ਨੂੰ ਮੁਅੱਤਲ ਕੀਤਾ ਗਿਆ, 5 ਨੂੰ ਬਰਖਾਸਤ ਕੀਤਾ ਗਿਆ। ਤੇ ਨਾਲ ਦੀ ਨਾਲ ਦੱਸ ਦਈਏ ਕਿ ਇਹਨਾਂ ਤੋਂ ਇਲਾਵਾ ਜਿਹੜਾ ਆ ਉਹ ਇੱਕ ਤਾਂ ਜਿਹੜੇ ਡਾਕਟਰ ਰੂਪ ਸਿੰਘ ਹੋਰੀ ਆ, ਸਕੱਤਰ ਸੀਗੇ, ਉਹਨਾਂ ਨੇ ਆਪਣਾ ਅਸਤੀਫਾ ਭੇਜ ਦਿੱਤਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ। ਹਾਲਾਂਕਿ ਉਹ ਇਸ ਵੇਲੇ ਕੈਨੇਡਾ ਬੈਠੇ ਆ, ਪੰਜਾਬ ਦੇ ਵਿੱਚ ਨਹੀਂ ਆ, ਪਰ ਉਹਨਾਂ ਨੇ ਅਸਤੀਫਾ ਭੇਜਤਾ ਤੇ ਅਸਤੀਫੇ ਦੇ ਵਿੱਚ ਬਕਾਇਦਾ ਲਿਖਿਆ ਆ, ਉਹ ਕਹਿੰਦੇ ਮੇਰਾ ਕੋਈ ਲੈਣਾ ਦੇਣਾ ਨਹੀਂ ਆ ਇਹਨਾਂ ਸਰੂਪਾਂ ਦੇ ਗਾਇਬ ਹੋਣ ਦੇ ਨਾਲ, ਮੇਰਾ ਡਿਪਾਰਟਮੈਂਟ ਨਹੀਂ ਹੈ, ਇਹ ਡਿਪਾਰਟਮੈਂਟ ਦੀ ਗਲਤੀ ਆ, ਪਰ ਇਖਲਾਕੀ ਤੌਰ ਤੇ ਜਿਹੜਾ ਆ ਉਹ ਮੈਂ ਆਪਣੇ ਇਸ ਅਹੁਦੇ ਤੋਂ ਅਸਤੀਫਾ ਦੇ ਰਿਹਾ। ਜੋ ਕੁਝ ਹੋਇਆ ਵਾਪਰਿਆ, ਮੈਨੂੰ ਲੱਗਦਾ ਕਿ ਮੈਨੂੰ ਅਸਤੀਫਾ ਦੇਣਾ ਚਾਹੀਦਾ ਤੇ ਸ਼੍ਰੋਮਣੀ ਕਮੇਟੀ ਨੇ ਉਹਨਾਂ ਦਾ ਅਸਤੀਫਾ ਜਿਹੜਾ ਉਹ ਕਬੂਲ ਵੀ ਕਰ ਲਿਆ। ਇਹਦੇ ਨਾਲ ਇੱਕ ਹਰਚਰਨ ਸਿੰਘ ਹੋਰੀ ਆ, ਮੁੱਖ ਸਕੱਤਰ ਰਹਿ ਚੁੱਕੇ ਆ। ਹਰਚਰਨ ਸਿੰਘ ਹੋਰਾਂ ਨੂੰ ਵੀ ਇਸ ਮਾਮਲੇ ਦੇ ਵਿੱਚ ਦੋਸ਼ੀ ਪਾਇਆ ਗਿਆ। ਮਨਦੀਪ ਜੀ, ਤੁਹਾਨੂੰ ਯਾਦ ਹੋਣਾ ਤੇ ਸਾਡੇ ਦਰਸ਼ਕਾਂ ਨੂੰ ਵੀ ਯਾਦ ਹੋਏਗਾ ਕਿ ਇਹ ਹਰਚਰਨ ਸਿੰਘ ਉਹੀ ਨੇ ਜਿਹੜੇ ਇੱਕ ਬੈਂਕ ਦੇ ਕਰਮਚਾਰੀ ਹੋਇਆ ਕਰਦੇ ਸੀਗੇ। ਅਵਤਾਰ ਸਿੰਘ ਮੱਕੜ ਜਿਹੜੇ ਇਸ ਦੁਨੀਆ ਦੇ ਵਿੱਚ ਨਹੀਂ ਰਹੇ, ਉਹਨਾਂ ਦੇ ਸਮੇਂ ਦੇ ਵਿੱਚ ਇਹਨਾਂ ਨੂੰ ਅਪਾਇੰਟ ਕੀਤਾ ਗਿਆ ਸੀਗਾ ਤੇ ਬੜੀ ਚਰਚਾ ਚੱਲੀ ਸੀ ਉਦੋਂ ਕਿ ਭਾਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਗੁਰੂ ਘਰ 'ਚ ਤਾਂ ਲੋਕ ਸੇਵਾ ਕਰਨ ਲਈ ਆਉਂਦੇ ਨੇ, ਇੱਥੇ ਮੇਵਾ ਖਾਣ ਲਈ ਆ ਗਿਆ। ਕਿਉਂਕਿ ਚਰਚਾ ਇਹ ਚੱਲੀ ਸੀਗੀ ਕਿ 3 ਲੱਖ ਦੇ ਕਰੀਬ ਉਹਨੂੰ ਤਨਖਾਹ ਲਾਈ ਗਈ ਆ ਮਹੀਨੇ ਦੀ, ਇੱਕ ਕੋਠੀ ਦਿੱਤੀ ਗਈ ਆ ਵੱਡੀ ਸਾਰੀ, ਤੇ ਪਹਿਲਾਂ ਦਿੱਤੀ ਸੀ ਉਹ ਕਹਿੰਦੇ ਪਸੰਦ ਨਹੀਂ, ਇਹ ਛੋਟੀ ਹੈ, ਤੇ ਵੱਡੀ ਕੋਠੀ ਦੀ ਮੰਗ ਕੀਤੀ ਗਈ ਸੀ। ਇਹਨੂੰ ਲੈ ਕੇ ਖਾਸੀਆਂ ਚਰਚਾਵਾਂ ਜਿਹੜੀਆਂ ਉਹ ਚੱਲਣੀਆਂ ਸ਼ੁਰੂ ਹੋ ਗਈਆਂ ਸੀਗੀਆਂ। ਹੁਣ ਹਰਚਰਨ ਸਿੰਘ ਹੋਰਾਂ ਨੂੰ ਵੀ ਇਸ ਮਾਮਲੇ 'ਚ ਕਿਹਾ ਗਿਆ ਕਿ ਉਹਨਾਂ ਦੀ ਮਿਲੀ ਭੁਗਤ ਦੇ ਨਾਲ ਇਹ ਸਾਰਾ ਕੁਝ ਹੋਇਆ, ਕਿਉਂਕਿ ਆਡਿਟ ਹੋਣਾ ਚਾਹੀਦਾ ਸੀ, ਆਡਿਟ ਨਹੀਂ ਕਰਵਾਇਆ ਗਿਆ, ਜ਼ਿੰਮੇਵਾਰੀ ਬਣਦੀ ਸੀ ਮੁੱਖ ਸਕੱਤਰ ਦੀ, ਇਸ ਕਰਕੇ ਉਹ ਵੀ ਇਸ ਮਾਮਲੇ 'ਚ ਦੋਸ਼ੀ ਹੈ ਤੇ ਉਹਨਾਂ ਦੇ ਖਿਲਾਫ ਵੀ ਕਾਨੂੰਨੀ ਕਾਰਵਾਈ ਚਾਰਾਜੋਈ ਕਰਨ ਦੇ ਲਈ ਜਿਹੜਾ ਆ ਉਹ ਕੋਸ਼ਿਸ਼ਾਂ ਅੱਗੇ ਕੀਤੀਆਂ ਜਾਣਗੀਆਂ। ਇਹਦੇ ਤੋਂ ਇਲਾਵਾ ਚਾਰਟਰਡ ਅਕਾਊਂਟੈਂਟ ਸੀਗੇ ਜੀ, ਉਹ ਚਾਰਟਰਡ ਅਕਾਊਂਟੈਂਟ ਦੀ ਜਿਹੜੀ ਏਜੰਸੀ ਸੀ ਜਿਹੜੀ ਆਡਿਟ ਵਗੈਰਾ ਕਰਦੀ ਸੀ, ਉਹਦੀਆਂ ਇੱਕ ਤਾਂ ਸੇਵਾਵਾਂ ਬੰਦ ਕਰ ਦਿੱਤੀਆਂ, ਇੱਕ ਉਹਨਾਂ ਦੇ ਕੋਲੋਂ 75% ਵਸੂਲੀ ਕਰਨ ਦੇ ਲਈ ਜਿਹੜੀ ਆ ਉਹ ਚਾਰਾਜੋਈ ਕੀਤੀ ਜਾਏਗੀ। ਤੇ ਜਿਹੜੀ ਕਾਨੂੰਨੀ ਕਾਰਵਾਈ ਅਗਲੀ ਕਰਨੀ ਆ ਉਹਦੇ ਲਈ ਇੱਕ ਸਬ ਕਮੇਟੀ ਬਣਾ ਦਿੱਤੀ ਗਈ ਆ। ਉਹ ਸਬ ਕਮੇਟੀ ਦੇਖੇਗੀ ਕਿ ਅੱਗੇ ਕਿਹੜੇ
ਬੰਦੇ ਦੇ ਖਿਲਾਫ ਕਿੱਦਾਂ ਦੀ ਕਾਰਵਾਈ ਤੇ ਕਿਸ ਤਰੀਕੇ ਨਾਲ ਕਾਰਵਾਈ ਕੀਤੀ ਜਾਣੀ ਆ। ਸੋ ਸਿੱਧੇ ਤੌਰ ਤੇ ਗੱਲ ਕਰ ਲਈਏ ਆਪਾਂ, ਮਨਦੀਪ ਜੀ ਇੱਕ ਖਦਸ਼ਾ ਜਤਾਇਆ ਸੀਗਾ ਪ੍ਰੋਗਰਾਮ ਦੇ ਵਿੱਚ ਕਿ ਜੀ ਸੰਭਾਵਨਾ ਇਹੀ ਹੈ ਕਿ ਮਰਹੂਮ ਅਵਤਾਰ ਸਿੰਘ ਮੱਕੜ ਹੋਰਾਂ ਦੇ ਧੜੇ ਦੇ ਉੱਤੇ ਸਖਤ ਕਾਰਵਾਈ ਕੀਤੀ ਜਾਏਗੀ ਤੇ ਆਪਣਿਆਂ ਨੂੰ ਬਚਾਉਣ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾਵੇਗੀ। ਸੋ ਇਸ ਜੀ ਕਰਕੇ ਕਹਿ ਸਕਦੇ ਕਿ ਦੋ ਜਥੇਦਾਰ ਅਵਤਾਰ ਸਿੰਘ ਮੱਕੜ ਹੋਰਾਂ ਦੇ ਜਿਹੜੇ ਸਕੱਤਰ ਸੀਗੇ ਉਹਨਾਂ ਨੂੰ ਵੀ ਇਸ ਮਾਮਲੇ ਦੇ ਵਿੱਚ ਦੋਸ਼ੀ ਕਰਾਰ ਦੇ ਕੇ ਮੁਅੱਤਲ ਜਿਹੜਾ ਉਹ ਕਰ ਦਿੱਤਾ ਗਿਆ। ਸੋ ਸਿੱਧੇ ਤੌਰ ਤੇ ਕਹਿ ਸਕਦੇ ਹਾਂ ਆਪਣੇ ਵੱਲੋਂ ਤਾਂ ਸਖਤ ਤੇਵਰ ਜਿਹੜੇ ਆ ਸ਼੍ਰੋਮਣੀ ਕਮੇਟੀ ਨੇ ਦਿਖਾਏ ਆ ਕਿ ਭਾਈ ਅਸੀਂ ਬਖਸ਼ਣਾ ਨਹੀਂ ਕਿਸੇ ਨੂੰ ਜਿਨ੍ਹਾਂ ਨੇ ਗਲਤੀ ਕੀਤੀ ਆ। ਰੂਪ ਸਿੰਘ ਹੋਰਾਂ ਨੇ ਅਸਤੀਫਾ ਦੇ ਦਿੱਤਾ ਆ। ਸੋ ਉਹ ਸਭ ਤੋਂ ਬਾਅਦ ਵੀ ਕਈ ਤਰ੍ਹਾਂ ਦੇ ਸਵਾਲ ਉੱਠਦੇ ਆ ਕਿ ਕੀ ਸਿਰਫ ਇਹਨਾਂ ਲੋਕਾਂ ਤੇ ਕਾਰਵਾਈ ਕਰਕੇ ਗੱਲ ਆਈ ਗਈ ਹੋ ਜਾਏਗੀ, ਕੀ ਇਹਨਾਂ ਦੇ ਕੋਲੋਂ ਇਹ ਪੁੱਛ ਪ੍ਰਤੀਤ ਕੀਤੀ ਜਾਏਗੀ ਕਿ ਜਿਹੜੇ ਉਹ 267 ਜਾਂ ਫਿਰ ਬਾਅਦ ਦੀ ਜਾਂਚ ਦੇ ਵਿੱਚ 328 ਸਵਰੂਪ ਸੀਗੇ ਜਿਹੜੇ ਉਹ ਕਿੱਥੇ ਇਹਨਾਂ ਨੇ ਭੇਜੇ, ਕਿਹਨਾਂ ਨੂੰ ਦਿੱਤੇ, ਵੇਚੇ ਗਏ ਆ, ਕਿਸੇ ਤੱਕ ਪਹੁੰਚਾਏ ਗਏ ਆ ਜਾਂ ਕੁਝ ਹੋ ਰਿਹਾ, ਉਹ ਸਾਰੀ ਕੀ ਜਾਂਚ ਕੀਤੀ ਜਾਏਗੀ। ਪਤਾ ਲਾਇਆ ਜਾਏਗਾ ਕਿ ਉਹ ਸਰੂਪ ਜਿਹੜੇ ਆ ਉਹ ਕਿੱਥੇ ਕਿੱਥੇ ਗਏ ਆ ਤੇ ਉਹਨਾਂ ਦੇ ਨਾਲ ਕਿਸੇ ਕਿਸਮ ਦੀ ਛੇੜਖਾਨੀ ਹੋਈ ਨਹੀਂ ਹੋਈ ਜਾਂ ਹੋਣ ਦੀ ਸੰਭਾਵਨਾ, ਉਹ ਸਾਰੀਆਂ ਪ੍ਰਸਥਿਤੀਆਂ ਦੇ ਉੱਤੇ ਵੀ ਨਜ਼ਰ ਰੱਖੀ ਜਾਏਗੀ। ਸਵਾਲ ਬਹੁਤ ਸਾਰੇ ਨੇ ਪਰ ਜਵਾਬ ਅਜੇ ਲੱਭਦੇ ਨਜ਼ਰ ਨਹੀਂ ਆ ਰਹੇ। ਇਹਨਾਂ ਦੇ ਉੱਤੇ ਕਾਰਵਾਈ ਜ਼ਰੂਰ ਕੀਤੀ ਗਈ ਆ ਪਰ ਲੱਗਦਾ ਹੈ ਇਹ ਕਾਰਵਾਈ ਜਿਹੜੀ ਆ ਉਨੀ ਪੂਰੀ ਨਹੀਂ ਹੈ ਜਿੱਦਾਂ ਦੀ ਹੋਣੀ ਚਾਹੀਦੀ ਸੀਗੀ। ਜੀ ਤੁਸੀਂ ਕਿਹਾ ਸਵਾਲ ਬਹੁਤ ਸਾਰੇ ਨੇ ਪਰ ਇੱਥੇ ਦੋ ਸਵਾਲ ਮੈਂ ਹੋਰ ਪੁੱਛਣਾ ਚਾਹੁੰਦਾ ਤੁਹਾਡੇ ਕੋਲੋਂ। ਪਹਿਲਾ ਸਵਾਲ ਤਾਂ ਇਹ ਹੈ ਕਿ ਪਹਿਲਾਂ ਤਾਂ ਇਸ ਮੁੱਦੇ ਨੂੰ ਬਹੁਤ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਹੁਣ ਅਜਿਹੇ ਕਿਹੜੇ ਕਾਰਨ ਬਣੇ ਆ ਜਿਹੜਾ ਇੰਨੇ ਵੱਡੇ ਐਕਸ਼ਨ ਲੈ ਗਏ ਆ, ਇੰਨੇ ਜਿਹੜੇ ਮੁਅੱਤਲ ਕਰ ਦਿੱਤੇ ਗਏ। ਰੂਪ ਸਿੰਘ ਉਹਨਾਂ ਦਾ ਅਸਤੀਫਾ ਤੱਕ ਲੈ ਲਿਆ ਗਿਆ ਵਾ। ਉਹ ਤਾਂ ਤੁਹਾਨੂੰ ਵੀ ਪਤਾ ਤੇ ਮੈਨੂੰ ਵੀ ਪਤਾ ਕਿ ਅਸਤੀਫਾ ਆਪਣੇ ਆਪ ਤਾਂ ਕੋਈ ਦਿੰਦਾ ਨਹੀਂ, ਜਿਹੜੇ ਮੁਲਕ 'ਚ ਜਾਂ ਜਿਹੜੇ ਥਾਵਾਂ ਤੇ ਉਹ ਬੈਠੇ ਨੇ। ਤੇ ਇੱਕ ਤਾਂ ਇੰਨੀ ਸਖਤ ਕਾਰਵਾਈ ਕਰਨ ਦੀ ਕੀ ਵਜ੍ਹਾ ਰਹੀ, ਕਿਉਂਕਿ ਪਹਿਲਾਂ ਲਗਾਤਾਰ ਮਾਮਲਾ ਦਬਾਇਆ ਗਿਆ, ਜਦੋਂ ਮਾਮਲਾ ਸੰਗਤ ਵਿੱਚ ਆਇਆ ਉਦੋਂ ਇਸ ਮਾਮਲੇ ਤੇ ਹੁਣ ਕਾਰਵਾਈ ਹੋਈ ਆ। ਦੂਜਾ ਸਵਾਲ ਇਹ ਹੈ ਜੀ ਕਿ ਪਿੱਛੇ ਹੁਣੇ ਬੀਤੇ ਦਿਨੀ ਜਿਹੜੀ ਆ ਇੱਕ ਢੰਡਰੀਆਂ ਵਾਲੇ ਦੇ ਖਿਲਾਫ ਜਥੇਦਾਰ ਸਾਹਿਬ ਵੱਲੋਂ ਇੱਕ ਐਕਸ਼ਨ ਲਿਆ ਗਿਆ ਕਿ ਇਹਨਾਂ ਦੇ ਸਮਾਗਮ ਨਾ ਕਰਵਾਏ ਜਾਣ। ਹੁਣ ਇਹ ਜਿਹੜੀ ਬਰਖਾਸਤਗੀ ਹੋਈ ਆ ਜਾਂ ਜਿਹੜੀ ਮੁਅੱਤਲੀ ਹੋਈ ਆ ਜਾਂ ਅਸਤੀਫੇ ਲੈ ਗਏ ਆ, ਇਹ ਤਾਂ ਇੱਕ ਅਲੱਗ ਸਜ਼ਾ ਆ, ਪਰ ਧਾਰਮਿਕ ਤੌਰ ਤੇ ਜਿਹੜੀ ਇਹ ਬੇਅਦਬੀ ਹੋਈ ਆ, ਜਿਹੜੇ 328 ਸਰੂਪ ਤੁਸੀਂ ਕਹਿ ਰਹੇ ਹੋ, ਇਹਨਾਂ ਦੀ ਇੱਕ ਅਲੱਗ ਧਾਰਮਿਕ ਸਜ਼ਾ ਬਣਦੀ ਹੈ ਕਿ ਹੁਣ ਜਥੇਦਾਰ ਸਾਹਿਬ ਵੱਲੋਂ ਕੋਈ ਆ ਰਿਹਾ ਸੁਨੇਹਾ ਕਿ ਉਹ ਇਹਨਾਂ ਤੇ ਵੀ ਇੰਨਾ ਹੀ ਸਖਤ ਐਕਸ਼ਨ ਲੈਣਗੇ। ਦਰਅਸਲ ਬਹੁਤ ਸਾਰੀਆਂ ਗੱਲਾਂ ਨੇ ਮਨਦੀਪ ਜੀ। ਤੁਸੀਂ ਕਿਹਾ ਕਿ ਕਿਉਂ ਕੀਤੀ ਗਈ ਏਡੀ ਵੱਡੀ ਕਾਰਵਾਈ, ਹੁਣ ਕਿਉਂ ਇਸ ਪਾਸੇ ਵੱਲ ਜਿਹੜਾ ਉਹ ਵਧੇ, ਇਹਦੇ ਕਾਰਨ ਕਈ ਨੇ। ਪਹਿਲਾ ਵੱਡਾ ਸਭ ਤੋਂ ਕਾਰਨ ਤਾਂ ਇਹੀ ਹੈ, ਇੱਕ ਜੋ ਕੁਝ 2015 ਦੇ ਵਿੱਚ ਵਾਪਰਿਆ, ਜਿੱਡੀ ਵੱਡੀ ਸੱਟ ਉਸ 2015 ਦੇ ਵਿੱਚ ਵਾਪਰੇ ਨੇ ਪੰਜਾਬ ਦੇ ਸਮਾਜਿਕ ਤਾਣੇ ਬਾਣੇ ਨੂੰ ਲਾਈ ਸੀਗੀ, ਜਿੰਨੀ ਕੋਈ ਧਾਰਮਿਕ ਆਸਥਾ ਨੂੰ ਲਾਈ ਸੀਗੀ, ਉਹਦੇ ਨਾਲੋਂ ਕਿਤੇ ਜ਼ਿਆਦਾ ਸੱਟ ਜਿਹੜੀ ਫਿਰ ਬਦਲਵੇਂ ਰੂਪ ਦੇ ਵਿੱਚ ਜਿਹੜਾ ਉਹ ਕਿਰਿਆ ਦੀ ਪ੍ਰਤੀਕਿਰਿਆ ਜਿਹੜੀ ਹੋਈ ਸੀ ਉਹ ਅਕਾਲੀ ਦਲ ਨੂੰ ਲੱਗੀ ਸੀਗੀ, ਜਿਹਦਾ ਕਰਕੇ ਅਕਾਲੀ ਦਲ ਜਿਹੜਾ ਉਹ ਹਾਸ਼ੀਏ ਤੋਂ ਬਾਹਰ ਚਲਾ ਗਿਆ ਸੀਗਾ। ਜਿਹੜੀ ਵੱਡੀ ਪਾਰਟੀ ਸੀ ਪੰਜਾਬ ਦੇ ਵਿੱਚ, ਸੱਤਾ 'ਚ ਰਹੀ ਪਾਰਟੀ ਸੀ, ਉਹਨੂੰ ਮੁੱਖ ਵਿਰੋਧੀ ਧਿਰ ਦਾ ਅਹੁਦਾ ਵੀ ਨਹੀਂ ਦਿੱਤਾ ਪੰਜਾਬ ਦੇ ਲੋਕਾਂ ਨੇ। ਸੋ ਉਹ ਕਾਰਨ ਸੀ ਕਿ ਜੇ ਇਹ ਵੀ ਮਸਲਾ ਭਖ ਗਿਆ ਤੇ ਜਿਹੜੇ ਰਹਿੰਦੀ ਖੁੰਦੀ ਥੋੜੀ ਬਹੁਤੀ ਹੋਂਦ ਹੈਗੀ ਆ ਪੰਜਾਬ ਦੇ ਵਿੱਚ, ਜਿਹਦੇ ਨਾਲ ਇਸ ਵੇਲੇ ਅਕਾਲੀ ਦਲ ਬਾਦਲ ਜੂਝਦਾ ਨਜ਼ਰ ਆ ਰਿਹਾ ਹੈ, ਕਿਉਂਕਿ ਟੁੱਟ ਭੱਜ ਬਹੁਤ ਹੋ ਰਹੀ ਹੈ, ਢੀਂਸਾ ਧੜਾ ਹੌਲੀ ਹੌਲੀ ਮਜ਼ਬੂਤ ਹੋ ਰਿਹਾ। ਸੋ ਉਹ ਵੀ ਕਿਤੇ ਜਾਂਦੀ ਨਾ ਲੱਗੇ। ਲੋਕਾਂ ਦੇ ਵਿੱਚ ਇਹ ਸੁਨੇਹਾ ਦਿੱਤਾ ਜਾਵੇ, ਸਿੱਖ ਸੰਗਤ ਦੇ ਵਿੱਚ ਇਹ ਸੁਨੇਹਾ ਦਿੱਤਾ ਜਾਵੇ ਕਿ ਨਹੀਂ, ਚਾਹੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਇਸ ਵੇਲੇ ਜਿਹੜੇ ਕਾਰਜਕਾਰੀ ਜਥੇਦਾਰ ਸਾਹਿਬ ਨੇ ਉਹ, ਤੇ ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਇਹ ਧਾਰਮਿਕ ਮਾਮਲਿਆਂ ਦੇ ਵਿੱਚ ਕਿਸੇ ਤਰ੍ਹਾਂ ਦੀ ਊਣਤਾਈ ਨੂੰ ਬਰਦਾਸ਼ਤ ਨਹੀਂ ਕਰਦੀ। ਇੱਕ ਤਾਂ ਕਾਰਨ ਇਹਦਾ ਮੋਟਾ ਇਹੀ ਸੀਗਾ ਕਿ ਇਹਦੇ ਉੱਤੇ ਤੁਰੰਤ ਕਾਰਵਾਈ ਕੀਤੀ ਜਾਵੇ ਤੇ ਲੋਕਾਂ ਦੇ ਵਿੱਚ ਸੁਨੇਹਾ ਜਾਵੇ ਕਿ ਸ਼੍ਰੋਮਣੀ ਕਮੇਟੀ ਇਦਾਂ ਦੀਆਂ ਕੁਤਾਹੀਆਂ ਨੂੰ ਬਰਦਾਸ਼ਤ ਨਹੀਂ ਕਰਦੀ। ਦੂਜਾ ਇਹਦਾ ਕਾਰਨ ਇਹ ਸੀ ਕਿ ਸ਼੍ਰੋਮਣੀ ਜੀ ਮੈਨੂੰ ਲੱਗਦਾ ਮੋਟੇ ਤੌਰ ਤੇ ਇਹ ਕਹਿ ਸਕਦੇ ਕਿ 2022 ਦੀਆਂ ਚੋਣਾਂ ਤੱਕ ਇਹ ਮੁੱਦਾ ਠੰਡਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬਿਲਕੁਲ, ਇਹਦੇ 'ਚ ਕੋਈ ਸ਼ੱਕ ਨਹੀਂ ਆ। ਦੂਜਾ ਕਾਰਨ ਇਹ ਸੀਗਾ ਕਿ ਇਹ ਕੋਈ ਨਵੀਂ ਗੱਲ ਨਹੀਂ ਸੀ ਸ਼੍ਰੋਮਣੀ ਕਮੇਟੀ ਤੇ ਘਪਲੇਬਾਜ਼ੀਆਂ ਦੇ ਆਰੋਪ ਲੱਗੇ ਹੋਣ। ਇਹ ਕੋਈ ਨਵੀਂ ਗੱਲ ਨਹੀਂ ਸੀਗੀ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਉੱਤੇ, ਉਹਨਾਂ ਦੇ ਫੈਸਲਿਆਂ ਦੇ ਉੱਤੇ ਕਿੰਤੂ ਪਰੰਤੂ ਹੁੰਦੇ ਨਜ਼ਰ ਆਉਂਦੇ ਹੋਣ। ਇਸ ਕਰਕੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹਨਾਂ ਤੋਂ ਵੀ ਬਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਅਸੀਂ ਆਹ ਕਾਰਵਾਈ ਕਰਦੀ ਹੈ, ਇਹਦਾ ਮਤਲਬ ਹੈ ਕਿ ਅਸੀਂ ਇਮਾਨਦਾਰੀ ਨਾਲ ਕੰਮ ਕਰ ਰਹੇ ਹਾਂ। ਤੀਜਾ ਜਿਹੜਾ ਮੈਨੂੰ ਕਾਰਨ ਸਭ ਤੋਂ ਵੱਡਾ ਇਸ ਸਮੇਂ ਨਜ਼ਰ ਆਉਂਦਾ ਆ ਕਿ ਜਿਹੜੀ ਤੁਸੀਂ ਗੱਲ ਕੀਤੀ ਕਿ ਢੱਡਰੀਆਂ ਵਾਲੇ ਦੇ ਖਿਲਾਫ ਸਖਤ ਫੈਸਲਾ ਸੁਣਾਤਾ, ਇਸ ਮਾਮਲੇ 'ਚ ਸਖਤ ਫੈਸਲੇ ਜਿਹੜੇ ਉਹ ਲੈ ਲਿਆ ਗਿਆ। ਇਹਦਾ ਕਾਰਨ ਇਹ ਵੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ
ਉਹ ਜੀ ਫਸੇ ਹੋਏ ਸੀ ਕਿਹੜੇ ਦੋ ਮਾਮਲਿਆਂ ਦੇ ਵਿੱਚ ਫਸੇ ਹੋਏ ਸੀਗੇ ਕਿ ਗਿਆਨੀ ਇਕਬਾਲ ਸਿੰਘ ਨੇ ਜਿਹੜੀ ਬਿਆਨਬਾਜ਼ੀ ਕੀਤੀ ਆ ਰਾਮ ਮੰਦਿਰ ਦੇ ਜਦੋਂ ਨੀਂਹ ਪੱਥਰ ਰੱਖਿਆ ਗਿਆ ਉਸ ਮੰਦਿਰ ਦੇ ਨਿਰਮਾਣ ਦੇ ਲਈ, ਤੇ ਉਦੋਂ ਜੀ ਜਿਹੜੇ ਬਿਆਨਬਾਜ਼ੀ ਕੀਤੀ ਸੀਗੀ ਕਿ ਸਿੱਖ ਜਿਹੜੇ ਆ ਉਹ ਲਵ ਕੁਸ਼ ਦੀ ਅਣਸ ਚੋਂ ਹੈਗੇ ਨੇ, ਉਹਨੂੰ ਲੈ ਕੇ ਕਿਉਂ ਨਹੀਂ ਕੋਈ ਕਿੰਤੂ ਪ੍ਰੰਤੂ ਕੀਤਾ ਜਾ ਰਿਹਾ। ਪ੍ਰਧਾਨ ਜੀ ਮੰਤਰੀ ਨਰਿੰਦਰ ਮੋਦੀ ਜਿਹੜੀ ਬਿਆਨਬਾਜ਼ੀ ਕਰਦੇ ਨੇ ਉਹਨੂੰ ਲੈ ਕੇ ਕਿਉਂ ਨਹੀਂ ਕੋਈ ਕਾਰਵਾਈ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਕੀਤੀ ਜਾਂਦੀ? ਕਿਉਂ ਨਹੀਂ ਜਿਹੜਾ ਆ ਉਹ ਭਾਰਤੀ ਜਨਤਾ ਪਾਰਟੀ ਨੂੰ, ਪ੍ਰਧਾਨ ਮੰਤਰੀ ਨੂੰ ਇਸ ਗੱਲ ਲਈ ਕਿਹਾ ਜਾਂਦਾ ਕਿ ਤੁਸੀਂ ਜੋ ਕੁਝ ਉੱਥੇ ਬੋਲਿਆ ਸਾਨੂੰ ਉਹ ਠੀਕ ਨਹੀਂ ਲੱਗਦਾ ਧਾਰਮਿਕ ਤੌਰ ਤੇ, ਤੁਸੀਂ ਇਹਦੇ ਲਈ ਮੁਆਫੀ ਮੰਗੋ। ਜੀ ਇਹ ਸਵਾਲ ਉੱਠ ਰਹੇ ਸੀ ਨਾ, ਇਹਨਾਂ ਸਵਾਲਾਂ ਨੂੰ ਦੱਬਣ ਦੇ ਲਈ ਜਾਂ ਇਹਨਾਂ ਸਵਾਲਾਂ ਤੋਂ ਬਚਣ ਦੇ ਲਈ ਪੈਰਲਲ ਇੱਕ ਇਹ ਮੁੱਦਾ ਖੜਾ ਕਰ ਲਿਆ ਕਿ ਹੁਣ ਇਹਦੇ ਤੇ ਚਰਚਾ ਕਰੀ ਚੱਲੋ। ਉਹ ਜਿਹੜੀਆਂ ਚੀਜ਼ਾਂ ਉਹਨਾਂ ਨੂੰ ਕਿਨਾਰੇ ਤੇ ਛੱਡ ਦਿਓ ਤੇ ਗੱਲ ਜਦੋਂ ਆਈ ਗਈ ਹੋ ਜਾਏਗੀ ਤੇ ਆਪੇ ਹੀ ਠੰਡ ਠੰਡੋਲਾ ਹੋ ਜਾਏਗਾ। ਹਾਲਾਂਕਿ ਨਾ ਤਾਂ ਅਸੀਂ ਇਹਨਾਂ ਮੁੱਦਿਆਂ ਨੂੰ ਛੋਟਾ ਕਹਿੰਦੇ ਆ, ਨਾ ਢੱਡਰੀਆਂ ਵਾਲੇ ਮੁੱਦੇ ਨੂੰ ਛੋਟਾ ਕਹਿੰਦੇ ਆ, ਤੇ ਨਾ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੇ ਗਾਇਬ ਹੋਣ ਦਾ ਮੁੱਦਾ ਜਿਹੜਾ ਛੋਟਾ ਸੀ। ਮੁੱਦੇ ਸਾਰੇ ਹੀ ਵੱਡੇ ਆ, ਪਰ ਚੁਣੇ ਗਏ ਆ ਮੁੱਦੇ ਕਿ ਇਹਨਾਂ ਮੁੱਦਿਆਂ ਤੇ ਆਪਾਂ ਧਿਆਨ ਆਪਣਾ ਕੇਂਦਰਿਤ ਕਰਨਾ ਆ ਤੇ ਬਾਕੀਆਂ ਨੂੰ ਕਿਨਾਰੇ ਤੇ ਕਰਕੇ ਇਦਾਂ ਗੱਲ ਆਈ ਗਈ ਕਰ ਲੈਣੀ ਹੈ। ਜਦਕਿ ਉਹ ਮੁੱਦੇ ਵੀ ਬਹੁਤ ਅਹਿਮ ਸੀ, ਉਹਨਾਂ ਦੇ ਉੱਤੇ ਵੀ ਚਰਚਾ ਹੋਣੀ ਚਾਹੀਦੀ ਸੀ, ਉਹਦੇ ਉੱਤੇ ਵੀ ਕੋਈ ਨਾ ਕੋਈ ਕਾਰਵਾਈ ਜਿਹੜੀ ਆ ਉਹ ਹੁੰਦੀ ਨਜ਼ਰ ਆਉਣੀ ਚਾਹੀਦੀ। ਹਾਲਾਂਕਿ ਇੱਥੇ ਧਿਆਨ ਸਿੰਘ ਮੰਡ ਹੋਰਾਂ ਨੇ ਜਿਹੜਾ ਆ ਕਿਉਂਕਿ ਕੱਲ ਤੱਕ ਦਾ ਸਮਾਂ ਦਿੱਤਾ ਸੀ ਪ੍ਰਧਾਨ ਮੰਤਰੀ ਹੋਰਾਂ ਨੂੰ ਉਹਨਾਂ ਨੇ ਜੀ ਕਿ ਆਪਣੇ ਬਿਆਨ ਦੇ ਲਈ ਉਹ ਮੁਆਫੀ ਮੰਗ ਲੈਣ। ਧਿਆਨ ਸਿੰਘ ਮੰਡ ਹੋਰਾਂ ਨੇ ਇਹ ਐਲਾਨ ਕਰ ਦਿੱਤਾ ਕੱਲ ਕਿ ਭਾਈ ਜਿੰਨੀ ਸਿੱਖ ਸੰਗਤ ਹੈ ਹੁਣ ਇੱਕ ਇੱਕ ਕਰਕੇ ਜਿੱਦਾਂ ਵੀ ਯਥਾ ਸੰਭਵ ਹੋ ਪਾਉਂਦਾ ਹੈ ਤੁਸੀਂ ਪ੍ਰਧਾਨ ਮੰਤਰੀ ਦੇ ਖਿਲਾਫ ਧਾਰਮਿਕ ਭਾਵਨਾਵਾਂ ਨੂੰ ਆਹਤ ਕਰਨ ਦਾ ਮੁਕੱਦਮਾ ਜਿਹੜਾ ਹੈ ਉਹ ਵੱਖ-ਵੱਖ ਥਾਣਿਆਂ ਦੇ ਵਿੱਚ ਦਰਜ ਕਰਵਾਓ। ਧਿਆਨ ਸਿੰਘ ਮੰਡ ਹੋਰੀ ਉਸ ਪਾਸੇ ਲੱਗੇ ਹੋਏ ਆ, ਪਰ ਇੱਧਰ ਇਹਨਾਂ ਮੁੱਦਿਆਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਵੱਲੋਂ ਵੀ ਤੇ ਸ਼੍ਰੋਮਣੀ ਕਮੇਟੀ ਦੇ ਵੱਲੋਂ ਵੀ ਦਰਕਿਨਾਰ ਕੀਤਾ ਜਾ ਰਿਹਾ, ਜਾਂ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਾਂ ਅੱਖੋਂ ਪਰੋਖੇ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ। ਸਿੱਧੇ ਤੌਰ ਤੇ ਇਹ ਕਾਰਨ ਮੰਨ ਸਕਦੇ ਹਾਂ ਆਪਾਂ ਕਿ ਇਧਰਲੇ ਪਾਸੇ ਵੱਡੀਆਂ ਕਾਰਵਾਈਆਂ ਕਰਕੇ ਬੱਲੇ ਬੱਲੇ ਕਰਵਾਉਣ ਦੀ ਕੋਸ਼ਿਸ਼ ਹੈ, ਤੇ ਦੂਜੇ ਪਾਸੇ ਜਿਹੜੇ ਹੋਰ ਮੁੱਖ ਮੁੱਦੇ ਸੀਗੇ ਉਹਨਾਂ ਤੋਂ ਧਿਆਨ ਹਟਾ ਕੇ ਉਹਨਾਂ ਨੂੰ ਠੰਡੇ ਬਸਤੇ 'ਚ ਪਾਉਣ ਦੀ ਕੋਸ਼ਿਸ਼ ਵੀ ਇਹਨੂੰ ਕਹਿ ਸਕਦੇ ਹਾਂ। ਜੀ ਮਤਲਬ ਕਿ ਪੂਰੀ ਪਿਕ ਐਂਡ ਚੂਜ਼ ਜਿਹੜੀ ਨੀਤੀ ਆ ਉਹ ਅਪਣਾਈ ਜਾ ਰਹੀ ਹੈ। ਜਿਹੜੇ ਮੁੱਦੇ ਤੇ ਨਹੀਂ ਗੱਲ ਕਰਨਾ ਚਾਹੁੰਦੇ ਉਹ ਮੁੱਦੇ ਇਗਨੋਰ ਕੀਤੇ ਜਾ ਰਹੇ ਨੇ, ਦੂਜੇ ਪਾਸੇ ਥੋੜੇ ਸਖਤ ਤੀਵਰ ਦਿਖਾਏ ਜਾ ਰਹੇ ਨੇ। ਖੈਰ ਜਸਵੀਰ ਜੀ ਅੱਗੇ ਵਧਦੇ ਹਾਂ, ਗੱਲ ਕਰਦੇ ਹਾਂ ਇਜਲਾਸ ਦੀ। ਲਗਭਗ ਸਰਕਾਰ ਦਾ ਇੱਕ ਹਿੱਸਾ ਕਰੋਨਾ ਪੀੜਤ ਹੋ ਚੁੱਕਾ। ਕਈ ਮੰਤਰੀ ਕੱਲ ਜਿਹੜੇ ਨੇ ਬ੍ਰਹਮ ਮਹਿੰਦਰਾ ਉਹਨਾਂ ਦਾ ਵੀ ਪੋਜ਼ਿਟਿਵ ਆ ਗਿਆ ਟੈਸਟ, ਤੇ ਇਸ ਤੋਂ ਇਲਾਵਾ ਸੁਣਿਆ ਕਿ 30 ਹੋਰ ਜਿਹੜੇ MLA ਨੇ ਉਹ ਵੀ ਪੋਜ਼ਿਟਿਵ ਆ ਗਏ ਨੇ। ਮੇਰੇ ਖਿਆਲ ਨਾਲ ਬੜੀ ਅਜੀਬ ਜੀ ਸਥਿਤੀ ਬਣ ਗਈ ਹੈ। ਇਜਲਾਸ ਵੀ ਅੱਜ ਹੋ ਰਿਹਾ, ਕੀ ਸਥਿਤੀ ਦੇ ਸਥਿਤੀ ਜਿਹੜੀ ਹੈ ਇਹ ਹੈ ਕਿ 30 ਦੇ ਕਰੀਬ ਜਿਹੜੇ ਆ ਉਹ ਵਿਧਾਇਕ ਮੰਤਰੀ ਕਰੋਨਾ ਪੋਜ਼ਿਟਿਵ ਪਾਏ ਗਏ ਆ। ਹਾਲਾਂਕਿ ਕੱਲ ਪ੍ਰਗਟ ਸਿੰਘ ਹੋਰਾਂ ਨੇ ਇੱਕ ਗੱਲ ਜ਼ਰੂਰ ਕੀਤੀ ਸੀ, ਖਬਰ ਨਸ਼ਰ ਜ਼ਰੂਰ ਕੀਤੀ ਹੈ ਕਿ ਮੇਰਾ ਜਿਹੜਾ ਕਰੋਨਾ ਟੈਸਟ ਆ ਉਹ ਨੈਗੇਟਿਵ ਆ ਗਿਆ ਹੈ ਜਦੋਂ ਮੈਂ ਹੁਣ ਕਰਵਾਇਆ, ਤਾਜ਼ਾ ਟੈਸਟ ਉਹ ਕਹਿੰਦੇ ਮੇਰਾ ਨੈਗੇਟਿਵ ਆ ਗਿਆ। ਪਰ ਇਹਦੇ ਬਾਵਜੂਦ ਉਹ ਵਿਧਾਨ ਸਭਾ 'ਚ ਜਾ ਪਾਉਂਦੇ ਆ ਜਾਂ ਨਹੀਂ ਜਾ ਪਾਉਂਦੇ ਆ ਇਹ ਗੱਲ ਅਲੱਗ ਆ। ਹੁਣ ਜਦੋਂ 30 ਦੇ ਕਰੀਬ ਜਿਹੜੇ ਆ ਉਹ ਵਿਧਾਇਕ ਵਿਧਾਨ ਸਭਾ ਦੇ ਵਿੱਚ ਨਹੀਂ ਜਾਣਗੇ ਤਾਂ ਗਿਣਤੀ ਬਹੁਤ ਘੱਟ ਰਹਿ ਜਾਏਗੀ, ਤੇ ਨਾਲ ਪੈਂਦੀ ਸੱਟੇ ਜਿਹੜਾ ਆ ਉਹ ਸਪੀਕਰ ਰਾਣਾ KP ਸਿੰਘ ਹੋਰਾਂ ਨੇ ਕੱਲ ਇਹ ਵੀ ਘੋਸ਼ਣਾ ਕਰ ਦਿੱਤੀ ਕਿ ਭਾਈ ਜਿਹੜੇ ਇਹਨਾਂ ਇਨਫੈਕਟਡ ਵਿਧਾਇਕਾਂ ਦੇ ਸੰਪਰਕ 'ਚ ਆਏ ਹੋਏ ਵਿਧਾਇਕ ਆ ਉਹ ਵੀ ਵਿਧਾਨ ਸਭਾ 'ਚ ਨਾ ਆਉਣ। ਹੁਣ ਹਾਲਾਤ ਇਹ ਬਣ ਗਿਆ ਜਿਵੇਂ ਆਪਾਂ ਚਰਚਾ ਕੀਤੀ ਸੀਗੀ ਕਿ ਭਾਈ ਅਕਾਲੀ ਦਲ ਨੇ ਵੀ ਪਹਿਲਾਂ ਮੀਟਿੰਗ ਕੀਤੀ ਹੈ, ਆਮ ਆਦਮੀ ਪਾਰਟੀ ਨੇ ਵੀ ਮੀਟਿੰਗ ਕੀਤੀ ਹੈ, ਉਹ ਵਿਧਾਇਕ ਉਸ ਮੀਟਿੰਗ ਦੇ ਵਿੱਚ ਮੌਜੂਦ ਵੀ ਸੀਗੇ, ਤੇ ਫਿਰ ਉਹਨਾਂ ਹਾਲਾਤਾਂ 'ਚ ਤਾਂ ਮੰਨ ਕੇ ਚੱਲੀਏ ਕਿ ਵਿਰੋਧੀ ਦੇ ਅੰਦਰ ਹੋਣਗੀਆਂ ਹੀ ਨਹੀਂ। ਸੋ ਕੁੱਲ ਮਿਲਾ ਕੇ ਦੇਖ ਲਈਏ ਇਸ ਵੇਲੇ ਜਿਹੜੀ ਖਬਰ ਨਿਕਲ ਕੇ ਸਾਹਮਣੇ ਆਉਂਦੀ ਹੈ ਕਿ ਜਿਹੜੇ ਜਾ ਸਕਦੇ ਆ ਆਮ ਆਦਮੀ ਪਾਰਟੀ ਦੇ 20 ਵਿਧਾਇਕਾਂ ਦੇ ਵਿੱਚੋਂ ਸਿਰਫ 9 ਵਿਧਾਇਕ ਜਿਹੜੇ ਆ ਉਹ ਵਿਧਾਨ ਸਭਾ ਦੇ ਅੰਦਰ ਜਾਣਗੇ, ਤੇ ਜੇ 20 ਚੋਂ 9 ਜਾਂਦੇ ਆ ਤੇ ਮੰਨ ਕੇ ਚੱਲੀਏ ਕਿ ਵਿਰੋਧੀ ਧਿਰ ਜਿਹੜੀ ਮੁੱਖ ਵਿਰੋਧੀ ਧਿਰ ਆ ਉਹ ਕਿੰਨੀ ਕੁ ਸਟਰੋਂਗ ਵਿਧਾਨ ਸਭਾ ਦੇ ਅੰਦਰ ਹੋਏਗੀ ਇਹਦਾ ਅੰਦਾਜ਼ਾ ਸਹਿਜੇ ਲਾ ਸਕਦੇ ਆ। ਤੇ ਅਕਾਲੀ ਦਲ ਦਾ ਵੀ ਹਾਲ ਇਹੀ ਹੈ, ਉਹਦੇ ਵੀ 6 ਤੋਂ 7 ਦੇ ਕਰੀਬ ਵਿਧਾਇਕ ਜਿਹੜੇ ਆ ਕਰੋਨਾ ਪੋਜ਼ਿਟਿਵ ਆ ਚੁੱਕੇ ਆ। ਸੀਟਾਂ ਉਹਨਾਂ ਦੇ ਕੋਲ ਪਹਿਲਾਂ ਹੀ ਉਨੀਆਂ ਕਿਆ, ਉਹਨਾਂ ਸਥਿਤੀਆਂ ਦੇ ਵਿੱਚ ਉਹ ਵੀ ਜਿਹੜਾ ਉਹ ਬਹੁਤ ਘੱਟ ਲੋਕ ਵਿਧਾਨ ਸਭਾ ਦੇ ਵਿੱਚ ਜਾਣਗੇ। ਸੋ ਕੁੱਲ ਮਿਲਾ ਕੇ ਕਹਿ ਲਈਏ ਕਿ ਬਾਦਸ਼ਾਹਤ ਕਾਂਗਰਸ ਦੀ ਰਹੇਗੀ ਅੰਦਰ, ਮਰਜ਼ੀ ਨਾਲ ਕੰਮ ਕੀਤਾ ਜਾਏਗਾ, ਵਿਰੋਧੀ ਧਿਰਾਂ ਦੀ ਗਿਣਤੀ ਘੱਟ ਹੋਏਗੀ। ਜਿਹੜੇ ਘੱਟ ਵਾਲੇ ਵੀ ਹੋ ਹੱਲਾ ਮਚਾਉਣਗੇ ਉਹਨਾਂ ਦਾ ਵੀ ਪਤਾ ਹੀ ਆ ਸਾਨੂੰ ਕਿ 15 ਮਿੰਟ ਅੰਦਰ ਨਾਅਰੇਬਾਜ਼ੀ ਹੁੰਦੀ ਹੈ ਤੇ 15 ਮਿੰਟ ਬਾਅਦ ਵਿਧਾਨ ਸਭਾ ਤੋਂ ਬਾਹਰ ਆਣ ਕੇ ਇਹ ਵਿਰੋਧੀ ਧਿਰਾਂ ਜਿਹੜੀਆਂ ਮੀਡੀਆ ਦੇ ਸਾਹਮਣੇ ਗੱਲਾਂ ਬਾਤਾਂ ਕਰਦੀਆਂ ਨੇ। ਅੱਜ ਹੋ ਸਕਦਾ ਕਿ ਨਾ ਆਉਣ ਮੀਡੀਆ ਦੇ ਸਾਹਮਣੇ, ਕਿਉਂਕਿ ਵਿਧਾਨ ਸਭਾ ਦੇ ਅੰਦਰ ਮੀਡੀਆ ਨੂੰ ਜਾਣ ਦੀ ਇਜਾਜ਼ਤ ਦਿੱਤੀ ਨਹੀਂ ਗਈ ਹੈ, ਤੇ ਇਹ ਵੀ ਹੋ ਸਕਦਾ ਕਿ ਬਾਹਰ ਨਾ ਨਿਕਲਣ ਕਿਉਂਕਿ ਇਹਨਾਂ ਨੂੰ ਪਤਾ ਮੀਡੀਆ ਬਾਹਰ ਹੈ ਨਹੀਂ, ਸਾਡੀ ਸੁਣਨੀ ਕਿਹਨੇ ਆ
ਜਾਂ ਲੋਕਾਂ ਤੱਕ ਪਹੁੰਚਾਉਣੀ ਕਿੰਨੇ ਆ। ਜਦੋਂ ਖਤਮ ਹੋਏਗਾ ਇਜਲਾਸ ਤੇ ਬਾਹਰ ਜਾ ਕੇ ਵਿਧਾਨ ਸਭਾ ਤੋਂ ਫਿਰ ਗੱਲ ਕਰ ਲਾਂਗੇ ਮੀਡੀਆ ਨਾਲ। ਸੋ ਇਹ ਸੰਭਾਵਨਾਵਾਂ ਜਿਹੜੀਆਂ ਨਜ਼ਰ ਆਉਂਦੀਆਂ ਨੇ, ਪਰ ਕੁੱਲ ਮਿਲਾ ਕੇ ਬਹੁਤ ਅਹਿਮ ਹੈ ਅੱਜ ਦਾ ਦਿਨ। ਇੱਥੇ ਮਨਦੀਪ ਜੀ ਇੱਕ ਗੱਲ ਜ਼ਰੂਰ ਕਰ ਦੇਵਾਂ ਮੈਂ ਕਿ ਜਿਹੜਾ ਮੁੱਦਾ ਪੰਜਾਬ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਭਖਿਆ ਹੋਇਆ ਨਾ, ਜਿਹਨੂੰ ਲੈ ਕੇ ਕਿਸਾਨ ਜਥੇਬੰਦੀਆਂ ਲਗਾਤਾਰ ਸੜਕਾਂ ਤੇ ਉਤਰਦੀਆਂ ਨਜ਼ਰ ਆਉਂਦੀਆਂ, ਜਿਹਨੂੰ ਲੈ ਕੇ ਵਿਰੋਧੀ ਪਾਰਟੀ ਆਮ ਆਦਮੀ ਪਾਰਟੀ ਵੀ, ਕਾਂਗਰਸ ਵੀ ਲਗਾਤਾਰ ਕੇਂਦਰ ਸਰਕਾਰ ਦੇ ਖਿਲਾਫ ਬਿਆਨਬਾਜ਼ੀਆਂ ਕਰ ਰਹੇ ਨੇ, ਉਹ ਹੈ ਜੀ ਜਿਹੜੇ 3 ਖੇਤੀ ਨਾਲ ਸੰਬੰਧਿਤ ਆਰਡੀਨੈਂਸ ਜਿਹੜੇ ਆ ਕੇਂਦਰ ਸਰਕਾਰ ਨੇ ਲਿਆਂਦੇ ਸੀ। ਹੁਣ ਉਹਨਾਂ ਦੇ ਖਿਲਾਫ ਮਤਾ ਪਾਸ ਕਰਨ ਲਈ ਖੁਦ ਕੈਪਟਨ ਅਮਰਿੰਦਰ ਸਿੰਘ ਜਿਹੜੇ ਮੁੱਖ ਮੰਤਰੀ ਨੇ ਪੰਜਾਬ ਦੇ, ਉਹ ਇਹ ਮਤਾ ਲੈ ਕੇ ਆ ਰਹੇ ਨੇ ਵਿਧਾਨ ਸਭਾ ਦੇ ਵਿੱਚ ਕਿ ਇਹਦੇ ਵਿਰੁੱਧ ਜਿਹੜਾ ਮਤਾ ਅਸੀਂ ਪਾਸ ਕਰਨਾ ਆ। ਇਹ ਬਹੁਤ ਵੱਡੀ ਗੱਲ ਹੋਏਗੀ, ਮੁੱਖ ਮੰਤਰੀ ਖੁਦ ਮਤਾ ਲੈ ਕੇ ਆਉਣਗੇ। ਔਰ ਜੇ ਇਸ ਮਤੇ ਦੀ ਗੱਲ ਕਰ ਲਈਏ, ਕਾਂਗਰਸ ਵੀ ਇਹਦੇ ਵਿਰੁੱਧ 'ਚ ਹੈ, ਆਮ ਆਦਮੀ ਪਾਰਟੀ ਵੀ ਇਹਦੇ ਵਿਰੁੱਧ 'ਚ ਹੈ। ਹੁਣ ਸਮੱਸਿਆ ਆ ਭਾਰਤੀ ਜਨਤਾ ਪਾਰਟੀ ਤੇ ਅਕਾਲੀ ਦਲ ਦੀ, ਜਿਹੜੇ ਇਹਦਾ ਪੱਖ ਪੂਰਦੇ ਨੇ। ਸੋ ਸਥਿਤੀਆਂ ਤਾਂ ਇਹ ਨੇ ਕਿ ਕੱਲ ਸੁਖਬੀਰ ਬਾਦਲ ਨੇ ਇੱਕ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਪ੍ਰੈਸ ਕਾਨਫਰੰਸ ਕੀਤੀ ਆ। ਉਹਦੇ ਵਿੱਚ ਉਹਨਾਂ ਨੇ ਚਿੱਠੀ ਦਿਖਾਈ ਆ, ਜਿਹਦੇ ਵਿੱਚ ਖੇਤੀਬਾੜੀ ਕੇਂਦਰੀ ਮੰਤਰੀ ਜਿਹੜੇ ਆ ਉਹਨਾਂ ਨੇ ਕਿਹਾ ਕਿ ਜਿਹੜੇ ਤੈਅ ਭਾਅ ਨੇ, ਸਮਰਥਨ ਮੁੱਲ ਹੈ, ਉਹ ਖਤਮ ਨਹੀਂ ਕੀਤੇ ਜਾਣਗੇ, ਉਹਦੇ ਉੱਤੇ ਫਸਲਾਂ ਖਰੀਦੀਆਂ ਜਾਣਗੀਆਂ ਤੇ ਕੈਪਟਨ ਸਰਕਾਰ ਜਾਣ ਬੁੱਝ ਕੇ ਗੁੰਮਰਾਹ ਕਰ ਰਹੀ ਹੈ। ਸੋ ਮਨਦੀਪ ਜੀ, ਮੈਨੂੰ ਲੱਗਦਾ ਕਿ ਜਦੋਂ ਇੱਕੋ ਹੀ ਨੁਕਤੇ ਦੇ ਅੜ ਕੇ ਤੁਸੀਂ ਖੜ ਜਾਂਦੇ, ਜਿੱਦਾਂ ਸੁਖਬੀਰ ਬਾਦਲ ਕਹਿੰਦੇ ਜੀ ਸਮਰਥਨ ਮੁੱਲ ਨਹੀਂ ਖਤਮ ਹੁੰਦਾ, ਇਹ ਕੇਂਦਰ ਸਰਕਾਰ ਨੇ ਭਰੋਸਾ ਦੇ ਦਿੱਤਾ, ਤੇ ਬਾਕੀ ਤਰ੍ਹਾਂ ਕਹਿੰਦੀਆਂ ਨਹੀਂ ਇਹਦੇ ਚ ਊਣਤਾਈਆਂ ਬਹੁਤ ਹੈ। ਮੈਨੂੰ ਲੱਗਦਾ ਕਿ ਉਦਾਂ ਹੀ ਹੋਏਗੀ ਜਿੱਦਾਂ ਆਪਾਂ ਵਿਆਹ ਸ਼ਾਦੀਆਂ ਕਰਦੇ ਨਾ, ਤੇ ਜੇ ਮੁੰਡਾ ਦੇਖਣ ਜਾਈਦਾ ਤੇ ਦੇਖੀਦਾ ਕਿ ਮੁੰਡੇ ਦੇ ਵਿੱਚ ਗੁਣ ਕਿਹੜੇ ਨੇ, ਕੰਮ ਕੀ ਕਰਦਾ, ਕਮਾਉਂਦਾ ਕਿੰਨਾ ਆ, ਕਿੱਦਾਂ ਦਾ ਕਿਰਦਾਰ ਆ ਉਹਦਾ, ਖਾਂਦਾ ਪੀਂਦਾ ਤਾਂ ਨਹੀਂ ਆ, ਕੁਝ ਏਦਾਂ ਦੀਆਂ ਚੀਜ਼ਾਂ ਵੀ ਦੇਖਦੇ ਆ। ਤੇ ਜੇ ਇਹ ਸੁਖਬੀਰ ਬਾਦਲ ਹੋਰਾਂ ਲਈ ਗੱਲ ਉਹ ਲੱਗਦੀ ਹੈ, ਮੁੰਡਾ ਦੇਖਣ ਨੂੰ ਤਾਂ ਸੋਹਣਾ ਆ, ਬਾਕੀ ਗੱਲਾਂ ਛੱਡ ਦਿਓ, ਮੁੰਡਾ ਉਹ ਸੋਹਣਾ ਜਿਹੜਾ ਆ ਉਹ ਭਾਵੇਂ ਨਸ਼ਾ ਵੀ ਕਰਦਾ ਹੋਵੇ, ਭਾਵੇਂ ਕਮਾਉਂਦਾ ਵੀ ਕੱਖ ਨਾ ਹੋਵੇ, ਉਜਾੜਦਾ ਵੱਧ ਹੋਵੇ, ਪਰ ਦੇਖਣ ਨੂੰ ਸੋਹਣਾ ਲੱਗਦਾ, ਇਹੀ ਸੋਚ ਕੇ ਜਿਹੜਾ ਉਹ ਵਿਆਹ ਕਰ ਦਿਓ। ਇਹੀ ਆਰਡੀਨੈਂਸਾਂ ਦੇ ਵਿੱਚ ਜਿਹੜਾ ਸੁਖਬੀਰ ਬਾਦਲ ਕਹਿੰਦੇ ਕਿ ਸਮਰਥਨ ਮੁੱਲ ਖਤਮ ਨਹੀਂ ਹੋਣਾ। ਭਾਈ ਸਮਰਥਨ ਮੁੱਲ ਕੱਲ ਨੂੰ ਖਤਮ ਕਰਨ ਲੱਗਿਆ ਕੋਈ ਵਕਤ ਲੱਗਣਾ, ਕੇਂਦਰ ਸਰਕਾਰ ਕਿਸੇ ਵੇਲੇ ਵੀ ਕਿੱਦਾਂ ਦਾ ਵੀ ਫੈਸਲਾ ਲੈ ਸਕਦੀ ਆ। ਤੇ ਜੇ ਨਾ ਹੋਏਗਾ ਬਾਂਸ ਤੇ ਨਾ ਵੱਜੇਗੀ ਬਾਂਸਰੀ, ਉਹ ਵਾਲੇ ਸਿਸਟਮ ਨਾਲ ਚੱਲਣਾ, ਤੇ ਫਿਰ ਤੁਹਾਨੂੰ ਭਾਈ ਇਹਦੇ ਵਿਰੁੱਧ 'ਚ ਹੀ ਜਾਣਾ ਪਏਗਾ। ਕੱਲਾ ਸਮਰਥਨ ਮੁੱਲ ਦੇਖ ਕੇ ਤੁਸੀਂ ਪੱਖ ਦੇ ਵਿੱਚ ਨਹੀਂ ਭੁਗਤ ਸਕਦੇ। ਸੋ ਇਸ ਕਰਕੇ ਕਹਿ ਸਕਦੇ ਹਾਂ ਅੱਜ ਖਾਸਾ ਹੰਗਾਮਾ ਖੇਜ਼ ਵੀ ਰਹੇਗਾ, ਇੱਕ ਦਿਨ ਦਾ ਇਜਲਾਸ, ਤੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸ਼ਾਮ ਤੱਕ ਨਿਕਲ ਕੇ ਸਾਹਮਣੇ ਵੀ ਆਉਣਗੀਆਂ ਕਿ ਇੱਕ ਦਿਨ ਦੇ ਵਿੱਚ ਕੀ ਵਟਿਆ, ਕੀ ਖੱਟਿਆ, ਤੇ ਕਿੰਨਾ ਕੁ ਪੰਜਾਬ ਦੇ ਖਜ਼ਾਨੇ ਨੂੰ ਪੱਟਿਆ ਇਹਨਾਂ ਸਾਡੇ ਵਿਧਾਇਕਾਂ ਨੇ ਤੇ ਸਰਕਾਰਾਂ ਨੇ ਇੱਕ ਦਿਨ ਦੇ ਇਜਲਾਸ ਦੇ ਵਿੱਚ। ਉਹ ਜਦੋਂ ਸ਼ਾਮ ਨੂੰ ਪੂਰਾ ਲੇਖਾ ਜੋਖਾ ਨਿਕਲ ਕੇ ਆਏਗਾ ਤੇ ਫਿਰ ਪਤਾ ਲੱਗੇਗਾ। ਜੀ ਬਿਲਕੁਲ। ਇੱਥੇ ਲੱਗਦੇ ਹੱਥੀ ਕੇਂਦਰ ਨਾਲ ਜੁੜੀ ਇੱਕ ਹੋਰ ਖਬਰ ਦੀ ਚਰਚਾ ਵੀ ਕਰ ਲੈਂਦੇ ਆ। ਸੁਣਿਆ ਕਿ ਜਿਹੜਾ GST ਸਿਸਟਮ ਸ਼ੁਰੂ ਕੀਤਾ ਸੀ ਸਰਕਾਰ ਨੇ, ਕੇਂਦਰ ਸਰਕਾਰ ਨੇ, ਉਹਦੇ ਵਿੱਚ ਰਾਜਾਂ ਦੀ ਬੜੀ ਖੱਜਲ ਖੁਆਰੀ ਹੋ ਰਹੀ ਹੈ, ਖਾਸ ਕਰਕੇ ਜਿਹੜੇ ਗੈਰ ਭਾਜਪਾ ਦੇ ਜਿਹੜੇ ਸ਼ਾਸਿਤ ਰਾਜ ਆ, ਜਿਨ੍ਹਾਂ 'ਚ ਗੈਰ ਭਾਜਪਾ ਦੀਆਂ ਸਰਕਾਰਾਂ ਨੇ, ਉਹਨਾਂ ਨੇ ਕੱਲ ਕਾਫੀ ਤਿੱਖੇ ਤੇਵਰ ਦਿਖਾਏ ਆ। ਜਿਹੜੀ ਮੀਟਿੰਗ ਹੋਈ ਹੈ ਇਹਦੇ ਬਾਰੇ ਕੀ ਹੋਰ ਅਪਡੇਟ ਹੈ? ਦਰਅਸਲ ਕੱਲ GST ਕੌਂਸਲ ਦੀ ਮੀਟਿੰਗ ਹੋਈ ਸੀ ਮਨਦੀਪ ਜੀ। ਨਿਰਮਲਾ ਸੀਤਾਰਮਨ ਹੋਰੀ ਜਿਹੜੇ ਵਿੱਤ ਮੰਤਰੀ ਨੇ ਸਾਡੇ ਮੁਲਕ ਦੇ, ਉਹਨਾਂ ਦੀ ਅਗਵਾਈ ਦੇ ਵਿੱਚ, ਔਰ ਕੌਂਸਲ ਦੀ ਮੀਟਿੰਗ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਨੂੰ ਸਪਸ਼ਟ ਕਰ ਦਿੱਤਾ। ਕੁੱਲ ਮਿਲਾ ਕੇ ਕਹਿ ਸਕਦੇ ਕਿ ਕੇਂਦਰ ਨੇ ਵੀ ਹੱਥ ਖੜੇ ਕਰਤੇ ਆ। ਉਹ ਕਹਿੰਦੇ ਸਾਡੇ ਪੱਲੇ ਵੀ ਕੱਖ ਨਹੀਂ ਆ, ਕਿਉਂਕਿ ਜਿਹੜੇ ਗੈਰ ਭਾਜਪਾਈ ਸੂਬੇ ਜਿੱਥੇ ਸਰਕਾਰਾਂ ਬਣੀਆਂ ਹੋਈਆਂ ਨੇ ਗੈਰ ਭਾਜਪਾਈ, ਉਹ ਤਿੱਖੇ ਰੂਪ ਦੇ ਵਿੱਚ ਸਾਹਮਣੇ ਆ ਰਹੀਆਂ ਨੇ ਕਿ ਭਾਈ ਸਾਨੂੰ GST ਦਾ ਹਿੱਸਾ ਠੀਕ ਤਰੀਕੇ ਨਾਲ ਨਹੀਂ ਮਿਲ ਰਿਹਾ। ਕੱਲੇ ਪੰਜਾਬ ਦਾ ਹੀ ਇਸ ਸਮੇਂ 4400 ਕਰੋੜ ਰੁਪਈਆ ਕੇਂਦਰ ਵੱਲ GST ਦਾ ਬਕਾਇਆ ਮੌਜੂਦ ਆ, ਉਹ ਨਹੀਂ ਮਿਲ ਰਿਹਾ ਅਜੇ ਤੱਕ। ਤੇ ਸੂਬੇ ਕਹਿੰਦੇ ਆ ਕਰੋਨਾ ਦੇ ਸਥਿਤੀ ਦੇ ਵਿੱਚ ਸਾਡੀਆਂ ਆਰਥਿਕ ਹਾਲਾਤਾਂ ਜਿਹੜੀਆਂ ਉਹ ਬੜੀਆਂ ਮਾੜੀਆਂ ਹੋਈਆਂ, ਇਸ ਕਰਕੇ ਸਾਨੂੰ GST ਦਾ ਹਿੱਸਾ ਸਾਡਾ ਦਿੱਤਾ ਜਾਵੇ। ਕੇਂਦਰ ਕਹਿੰਦਾ ਸਾਡੇ ਕੋਲ GST ਦੀ ਕਲੈਕਸ਼ਨ ਪੂਰੀ ਨਹੀਂ ਹੋਈ, ਕਿਉਂਕਿ ਇਸ ਸਮੇਂ ਜਿਹੜਾ GST ਦਾ ਘਾਟਾ ਆ ਕੋਈ 3 ਲੱਖ ਕਰੋੜ ਦਾ ਘਾਟਾ ਆ, ਜਿਹਦੇ ਵਿੱਚੋਂ 65,000 ਕਰੋੜ ਜਿਹੜਾ ਆ ਉਹਦੀ ਤਾਂ ਜਿਹੜੀ ਰਿਕਵਰੀ ਹੋ ਰਹੀ ਹੈ, ਪਰ ਕੁੱਲ ਮਿਲਾ ਕੇ ਦੇਖਿਆ ਜਾਵੇ ਤੇ ਤਕਰੀਬਨ 2,35,000 ਕਰੋੜ ਦੀ ਰਿਕਵਰੀ ਜਿਹੜੀ ਆ ਉਹ ਨਹੀਂ ਹੋ ਰਹੀ। ਹੁਣ ਕੇਂਦਰ ਕੀ ਕਹਿੰਦੀ ਹੈ, GST ਕੌਂਸਲ ਕੀ ਕਹਿੰਦੀ ਹੈ ਕਿ ਭਾਈ ਹਿੱਸਾ ਤੁਹਾਨੂੰ ਅੱਜ ਮਿਲਦਾ, ਕੱਲ ਮਿਲਦਾ, ਉਹ ਬਾਅਦ ਦੀਆਂ ਗੱਲਾਂ। ਜੇ ਤੁਹਾਨੂੰ ਬਹੁਤਾ ਔਖਾ ਲੱਗਦਾ ਨਾ ਤੇ ਸਾਡੇ ਕੋਲੋਂ ਤੁਸੀਂ ਕਰਜ਼ਾ ਲੈ ਸਕਦੇ ਹੋ। ਇਹ ਬੜੀ ਅਜੀਬੋ-ਗਰੀਬ ਗੱਲ ਹੈ ਕਿ ਪਹਿਲਾਂ 20 ਲੱਖ ਕਰੋੜ ਦੇ ਰਾਹਤ ਪੈਕੇਜ ਦੀ ਘੋਸ਼ਣਾ ਕੀਤੀ ਗਈ, ਲੱਗਾ ਕਿ ਬਹੁਤ ਕੁਝ ਮਿਲ ਗਿਆ ਭਾਰਤ ਨੂੰ ਤੇ ਭਾਰਤੀਆਂ ਨੂੰ,
ਤੇ ਬਾਅਦ ਚ ਜਿੱਦਾਂ 5 ਪ੍ਰੈਸ ਕਾਨਫਰੰਸਾਂ ਕੀਤੀਆਂ ਸੀਗੀਆਂ ਨਿਰਮਲਾ ਸੀਤਾਰਮਨ ਹੋਰਾਂ ਨੇ ਇੱਕ ਇੱਕ ਕਰਕੇ ਕਿ ਅੱਜ ਇੰਨੇ ਲੱਖ ਕਰੋੜ ਦਾ, ਅੱਜ ਇੰਨੇ ਲੱਖ ਕਰੋੜ ਦੀ ਘੋਸ਼ਣਾ ਕਰਨੀ ਕਿੱਥੇ ਕਿੱਥੇ, ਤੇ ਪਤਾ ਲੱਗਾ ਸੀ ਉਹ ਪੈਕੇਜ ਥੋੜੀ ਆ, ਉਹ ਤਾਂ ਲੋਨ ਮੇਲਾ ਲਾਇਆ ਕਿ ਆਹ ਕਰਜ਼ ਲੈ ਲਓ, ਆਹ ਸੁਖਾਲਾ ਕਰਜ਼ ਦੇ ਦਾਂਗੇ। ਏਦਾਂ ਹੀ ਹੁਣ GST ਦੇ ਮਾਮਲੇ 'ਚ ਕੀਤਾ ਜਾ ਰਿਹਾ ਕਿ ਕੇਂਦਰ ਕੋਲ ਕਰਜ਼ੇ ਲੈ ਲਓ। ਮਨਪ੍ਰੀਤ ਬਾਦਲ ਨੇ ਕਿਹਾ ਆ ਕਿ ਭਾਈ ਇਹ ਬਹੁਤ ਗਲਤ ਗੱਲ ਆ। ਮਨਪ੍ਰੀਤ ਬਾਦਲ ਨੇ ਤਾਂ ਇੱਥੋਂ ਤੱਕ ਕਹਿਤਾ ਕਿ ਜਿੱਦਾਂ ਭਾਰਤ ਦੇ ਵਿੱਚ ਦੂਜੇ ਤਰੀਕੇ ਨਾਲ ਬਹੁ ਗਿਣਤੀ ਵਾਲੇ ਲੋਕ ਆਪਣਾ ਸਾਰਾ ਕੁਝ ਥੋਪਣਾ ਚਾਹੁੰਦੇ ਆ ਨਾ ਘੱਟ ਗਿਣਤੀਆਂ ਦੇ ਉੱਤੇ, ਉਸੇ ਜੀ। ਤਰੀਕੇ ਨਾਲ ਆਰਥਿਕ ਮਾਮਲਿਆਂ ਦੇ ਵਿੱਚ ਇਹ ਸਰਕਾਰ ਜਿਹੜੀ ਆ ਉਹ ਘੱਟ ਗਿਣਤੀ ਗੈਰ ਭਾਜਪਾਈ ਸੂਬਿਆਂ ਦੀਆਂ ਸਰਕਾਰਾਂ ਦੇ ਉੱਤੇ ਆਪਣੇ ਫੈਸਲੇ ਥੋਪਣਾ ਚਾਹੁੰਦੀ ਹੈ ਤੇ ਇਹਨੂੰ ਜੀ। ਹਰਗਿਜ਼ ਬਰਦਾਸ਼ਤ ਨਹੀਂ ਕੀਤਾ ਜਾਏਗਾ। ਫਿਲਹਾਲ ਜਿਹੜਾ ਆ ਇਸ ਉੱਤੇ ਵੀ ਖਾਸੀ ਆਉਣ ਵਾਲੇ ਦਿਨਾਂ ਦੇ ਵਿੱਚ ਸਿਆਸਤ ਭਖਣ ਦੀ ਉਮੀਦ ਹੈ, ਕਿਉਂਕਿ ਕੁੱਲ ਮਿਲਾ ਕੇ ਇਹ ਜ਼ਰੂਰ ਸਪਸ਼ਟ ਹੋ ਗਿਆ ਕਿ ਕੇਂਦਰ ਦੀ ਸਰਕਾਰ ਜਿਹੜੀ ਹੈ ਉਹ ਰਾਹਤ ਦੇਣ ਦੇ ਨਾਂ ਦੇ ਉੱਤੇ ਸੂਬਿਆਂ ਨੂੰ ਕਰਜ਼ੇ ਦੇ ਰਹੀ ਹੈ, ਤੇ ਜਦੋਂ ਸੂਬੇ ਕਰਜ਼ਦਾਰ ਹੋਣਗੇ ਤੇ ਫਿਰ ਕੇਂਦਰ ਦੇ ਅੱਗੇ, ਕਿਉਂਕਿ ਜਿਹਦੇ ਅਸੀਂ ਦੇਣਦਾਰ ਹੁੰਦੇ ਆ ਨਾ ਉਹਦੀਆਂ ਗੱਲਾਂ ਦਾ ਜਿਹੜਾ ਉਹ ਹੁੰਗਾਰਾ ਹੀ ਭਰਨਾ ਪੈਂਦਾ, ਸਾਨੂੰ ਨਾ ਨਹੀਂ ਕਰ ਸਕਦੇ, ਕਦੀ ਉਹਨੂੰ ਅੱਖਾਂ ਨਹੀਂ ਦਿਖਾ ਸਕਦੇ। ਤੇ ਮੈਨੂੰ ਲੱਗਦਾ ਜੀ। ਕਿ ਇਸ ਤਰੀਕੇ ਨਾਲ ਕੇਂਦਰ ਆਪਣੀ ਜਿਹੜੀ ਏਕਾ ਅਧਿਕਾਰ ਹੈ ਲਗਭਗ ਬਹੁਤੀਆਂ ਚੀਜ਼ਾਂ ਦੇ ਉੱਤੇ ਉਹ ਸਥਾਪਿਤ ਕਰਨ ਦੀ ਕੋਸ਼ਿਸ਼ ਕਰ ਰਿਹਾ। ਫੈਡਰਲ ਢਾਂਚੇ ਦੇ ਵਿੱਚ ਸੂਬਿਆਂ ਦੇ ਹੱਕ ਖੋਹਣ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਜਾ ਰਹੀ ਹੈ, ਤੇ ਇਹ ਪ੍ਰਕਿਰਿਆ ਇੱਕ ਇੱਕ ਕਰਕੇ ਜਿਹੜੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ ਉਹਨਾਂ ਤੋਂ ਹੁੰਦੀ ਨਜ਼ਰ ਆ ਰਹੀ ਹੈ। ਫਿਲਹਾਲ ਬਹੁਤ ਸਾਰੀਆਂ ਜੀ। ਚੀਜ਼ਾਂ ਹੋ ਰਹੀਆਂ ਨੇ ਇੱਥੇ ਭਾਰਤ ਦੀ ਸਿਆਸਤ ਦੇ ਵਿੱਚ ਵੀ, ਤੇ ਮਨਦੀਪ ਜੀ ਪੰਜਾਬ ਦੀ ਸਿਆਸਤ ਦੇ ਬਾਰੇ ਤਾਂ ਆਪਾਂ ਲਗਾਤਾਰ ਗੱਲ ਜਿਹੜੀ ਆ ਉਹ ਕਰਦੇ ਰਹਿੰਦੇ ਆ। ਮੈਨੂੰ ਲੱਗਦਾ ਜੀ। ਕਿ ਕੈਨੇਡਾ ਦੀ ਗੱਲ ਕਰਨ ਤੋਂ ਥੋੜਾ ਜਿਹਾ ਆਪਾਂ ਖੁੰਝੇ ਆ, ਵਿੱਚ ਗੱਲ ਕਰ ਲੈਣੀ ਚਾਹੀਦੀ ਸੀ ਕੈਨੇਡਾ ਦੀ ਸਿਆਸਤ ਦੀ ਵੀ, ਪਰ ਵਕਤ ਅਜੇ ਹੈਗਾ ਸਾਡੇ ਕੋਲ, ਕਿਉਂਕਿ ਵਿਦਿਆਰਥੀ ਬਹੁਤ ਉਤਸੁਕਤਾ ਰਹਿੰਦੇ ਨੇ ਸਾਡੇ ਪੰਜਾਬ ਦੇ ਖਾਸ ਤੌਰ ਤੇ ਕਿ ਕਿਸ ਤਰੀਕੇ ਦਾ ਸਿਲਸਿਲਾ ਚੱਲੇਗਾ ਉੱਥੇ ਕੈਨੇਡਾ ਜਾਣ ਦੇ ਲਈ, ਜਾਂ ਕਦੋਂ ਵੀਜ਼ੇ ਖੁੱਲਣਗੇ, ਕਦੋਂ ਪੜ੍ਹਾਈ ਜੀ। ਸ਼ੁਰੂ ਹੋਏਗੀ, ਕਦੋਂ ਅਸੀਂ ਉੱਥੇ ਜਾ ਪਾਵਾਂਗੇ। ਇਸ ਵੇਲੇ ਸਥਿਤੀਆਂ ਇਹ ਨੇ ਕਿ ਇਹ ਵੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਇੱਥੋਂ ਜਾ ਰਹੇ ਜਿਹੜੇ ਵਿਦਿਆਰਥੀ ਉਹਨਾਂ ਚੋਂ ਕੁਝ ਵਿਦਿਆਰਥੀਆਂ ਨੂੰ ਵਾਪਸ ਤੱਕ ਮੋੜ ਦਿੱਤਾ ਗਿਆ ਹੈ ਏਅਰਪੋਰਟ ਤੋਂ। ਜੀ ਜੀ ਜਸਵੀਰ ਜੀ, ਕੱਲ ਬੜੇ ਵਿਸਥਾਰ ਨਾਲ ਆਪਾਂ ਗੱਲ ਕੀਤੀ ਸੀ ਕਿ ਕੈਨੇਡਾ ਸਰਕਾਰ ਨੇ ਕਿਸ ਤਰ੍ਹਾਂ ਦੇ ਇੰਤਜ਼ਾਮ ਕੀਤੇ ਨੇ ਇੰਟਰਨੈਸ਼ਨਲ ਜਿਹੜੇ ਵਿਦਿਆਰਥੀ ਨੇ, ਕਿ ਕਿਸ ਤਰ੍ਹਾਂ ਆਨਲਾਈਨ ਪੜ੍ਹਾਈ ਚੱਲ ਰਹੀ ਆ, ਔਰ ਕੱਲ ਇਹ ਵੀ ਵਿਸਥਾਰ ਨਾਲ ਦੱਸਿਆ ਗਿਆ ਸੀ ਕਿ ਜਿਹੜੇ ਵਿਦਿਆਰਥੀ ਆ ਉਹਨਾਂ ਨੂੰ ਵਰਕ ਪਰਮਿਟ ਵੀ ਮਿਲੂਗਾ, ਤੇ ਬਾਕੀ ਜਿਹੜਾ ਉਹਨਾਂ ਦੀ PR ਦੀ ਫਾਈਲ ਆ ਉਹਦੇ ਵਿੱਚ ਵੀ ਕੋਈ ਅੜਿੱਕਾ ਨਹੀਂ ਆਊਗਾ ਜੇ ਉਹ ਪੰਜਾਬ ਬੈਠੇ ਜਾਂ ਕਿਤੇ ਵੀ ਆਪਣੇ ਮੁਲਕ ਵਿੱਚ ਬੈਠੇ, ਚਾਹੇ ਕਿਤੇੋਂ ਵੀ, ਚਾਹੇ ਚੀਨ ਤੋਂ ਆ, ਚਾਹੇ ਕਿਤੇ ਦੇ ਵੀ ਇੰਟਰਨੈਸ਼ਨਲ ਵਿਦਿਆਰਥੀ ਆ ਉਹ ਉੱਥੇ ਬਹਿ ਕੇ ਕੈਨੇਡਾ 'ਚ ਪੜ੍ਹਾਈ ਕਰ ਰਹੇ ਨੇ। ਪਰ ਹੁਣ ਗੱਲ ਇਹ ਆ ਕਿ ਬਹੁਤ ਸਾਰੇ ਜਿਹੜੇ ਸਟੂਡੈਂਟ ਹੁੰਦੇ ਆ ਉਹ ਬੇਸ਼ੱਕ ਆਨਲਾਈਨ ਪੜ੍ਹਾਈ ਕਰ ਰਹੇ ਨੇ, ਪਰ ਜਦ ਤੱਕ ਉਹ ਕੈਨੇਡਾ ਪਹੁੰਚ ਨਹੀਂ ਜਾਂਦੇ ਉਦੋਂ ਤੱਕ ਉਹ ਸੁੱਖ ਦਾ ਸਾਹ ਨਹੀਂ ਆਉਂਦਾ। ਤੇ ਦੂਜਾ, ਕੱਲ ਸ਼ਾਇਦ ਆਪਾਂ ਇਹ ਵੀ ਇੱਕ ਕਾਰਨ ਦਿੱਤਾ ਸੀ ਕਿ ਕੁਝ ਜਿਹੜੇ ਵਿਦਿਆਰਥੀ ਹੁੰਦੇ ਆ ਉਹਨਾਂ ਦੀ ਫੀਸ ਤਾਂ ਜਿਹੜੇ ਘਰੋਂ ਚੰਗੇ ਹੁੰਦੇ ਆ ਉਹ ਤਾਂ ਆਪਣੀ ਫੀਸ ਜਿਹੜੀ ਆ ਉਹ ਉਹਨਾਂ ਦੇ ਮਾਪੇ ਉਹਨਾਂ ਨੂੰ ਭੇਜ ਦਿੰਦੇ ਆ ਤੇ ਉਹਨਾਂ ਦਾ ਕੰਮ ਚੱਲਦਾ ਰਹਿੰਦਾ। ਪਰ ਬਹੁਤ ਸਾਰੇ ਸਟੂਡੈਂਟ ਇਹੋ ਜਿਹੇ ਹੁੰਦੇ ਆ ਜਿਹੜੇ ਦਰਮਿਆਨੇ ਘਰਾਂ ਦੇ ਹੁੰਦੇ ਆ, ਜਾਂ ਕਈਆਂ ਨੇ ਕਰਜ਼ਾ ਚੱਕ ਕੇ ਪਹਿਲਾਂ ਫੀਸਾਂ ਦਿੱਤੀਆਂ ਹੁੰਦੀਆਂ, ਤੇ ਉਹਨਾਂ ਦਾ ਅੱਗੇ ਦੀ ਯੋਜਨਾ ਜਾਂ ਪਲਾਨ ਇਹ ਹੁੰਦਾ ਹੈ ਕਿ ਕੈਨੇਡਾ ਜਾਵਾਂਗੇ, ਉੱਥੇ ਜਾ ਕੇ ਕੰਮ ਕਰਾਂਗੇ ਤਾਂ ਆਪਣੀਆਂ ਅਗਲੀਆਂ ਫੀਸਾਂ ਉੱਥੋਂ ਭਰਾਂਗੇ। ਔਰ ਦੂਜੇ ਪਾਸੇ ਕਈ ਵਾਰੀ ਆਪਣੇ ਮਾਪਿਆਂ ਨੂੰ ਵੀ ਇਹ ਹੁੰਦਾ ਹੈ ਵੀ ਜਦ ਤੱਕ ਨਿਆਣਾ ਕੈਨੇਡਾ ਪਹੁੰਚ ਨਹੀਂ ਜਾਂਦਾ ਸੋ ਉਦੋਂ ਤੱਕ ਤਸੱਲੀ ਨਹੀਂ ਹੁੰਦੀ ਦਿਲ ਨੂੰ ਵੀ ਕਿਤੇ ਕੱਲ ਨੂੰ ਕੋਈ ਹੋਰ ਕੰਮ ਖਰਾਬ ਨਾ ਹੋ ਜਾਵੇ। ਸੋ ਇਸ ਤਰ੍ਹਾਂ ਦੀ ਸ਼ਸ਼ੋਪੈਂਦੀ 'ਚ ਪੈ ਕੇ ਬਹੁਤ ਸਾਰੇ ਵਿਦਿਆਰਥੀ ਆ ਉਹ ਆ ਰਹੇ ਨੇ। ਪਹਿਲਾਂ ਖਬਰ ਕੁਝ ਦਿਨ ਪਹਿਲਾਂ ਇਹ ਸਾਹਮਣੇ ਆਈ ਸੀ ਕਿ ਕੁਝ ਕੁ ਵਿਦਿਆਰਥੀਆਂ ਨੂੰ ਦਿੱਲੀ ਏਅਰਪੋਰਟ ਤੇ ਮੋੜ ਦਿੱਤਾ ਗਿਆ, ਉਹਨਾਂ ਨੂੰ ਚੜ੍ਹ ਨਹੀਂ ਦਿੱਤਾ ਗਿਆ। ਹੁਣ ਖਬਰ ਇਹ ਸਾਹਮਣੇ ਆਈ ਆ ਕਿ ਟੋਰਾਂਟੋ ਦੇ ਇੰਟਰਨੈਸ਼ਨਲ ਜਿਹੜਾ ਹਵਾਈ ਅੱਡਾ ਆ ਉੱਥੋਂ ਤਕਰੀਬਨ 12-13 ਸਟੂਡੈਂਟ ਪੀਤਰ ਨਹੀਂ ਮੋੜੇ ਗਏ ਆ, ਖਾਸ ਕਰਕੇ ਪੰਜਾਬੀ, ਤੇ ਵੈਨਕੂਵਰ ਦੇ ਏਅਰਪੋਰਟ ਤੋਂ ਵੀ ਕੁਝ ਪੰਜਾਬੀ ਸਟੂਡੈਂਟ ਜਿਹੜੇ ਮੋੜੇ ਗਏ ਆ। ਹੁਣ ਕੈਨੇਡਾ ਸਰਕਾਰ ਨੇ ਕਿਹਾ ਤਾਂ ਹੋਇਆ ਵੀ 18 ਮਾਰਚ ਤੋਂ ਪਹਿਲਾਂ ਜਿਨ੍ਹਾਂ ਦੇ ਸਟੱਡੀ ਪਰਮਿਟ ਜਾਰੀ ਹੋਏ ਆ ਉਹ ਕੈਨੇਡਾ ਆ ਸਕਦੇ ਆ, ਪਰ ਉਹਦੇ ਨਾਲ ਇੱਕ ਗੱਲ ਹੋਰ ਕਹੀ ਹੋਈ ਆ ਵੀ ਇਹ ਜੇ ਜਦੋਂ ਏਅਰਪੋਰਟ ਤੇ ਉਤਰਦੇ ਆ ਉਦੋਂ ਇਹ ਏਅਰਪੋਰਟ ਦੇ ਜਿਹੜੇ ਇਮੀਗ੍ਰੇਸ਼ਨ ਅਧਿਕਾਰੀ ਆ ਉਹਨਾਂ ਉੱਤੇ ਨਿਰਭਰ ਕਰਦਾ ਕਿ ਉਹ ਕੈਨੇਡਾ 'ਚ ਐਂਟਰੀ ਦਿੰਦੇ ਆ ਕਿ ਨਹੀਂ ਦਿੰਦੇ। ਉਹਨਾਂ ਨੂੰ ਕਾਰਨ ਦੱਸਣਾ ਪੈਂਦਾ ਕਿ ਸਾਡਾ ਬਹੁਤ ਜ਼ਰੂਰੀ ਸੀ, ਕੋਈ ਗੈਰ ਜ਼ਰੂਰੀ ਯਾਤਰਾ ਇਹ ਨਹੀਂ ਆ। ਸੋ ਸਾਹਮਣੇ ਪਤਾ ਇਹ ਆਇਆ ਜੋ ਕਿ ਕੁਝ ਸੂਤਰ ਨੇ, ਕਿਉਂਕਿ ਏਅਰਪੋਰਟ ਤੋਂ ਇਸ ਤਰ੍ਹਾਂ ਦੀਆਂ ਖਬਰਾਂ ਜਿਹੜੀਆਂ ਵਾ ਉਹ ਕਿਸੇ ਸਪਸ਼ਟ ਰੂਪ ਵਿੱਚ ਨਿਕਲ ਕੇ ਸਾਹਮਣੇ ਨਹੀਂ ਆਉਂਦੀਆਂ, ਤੇ ਨਾ ਹੀ ਕੋਈ ਉੱਥੇ ਮੀਡੀਆ ਰਿਲੀਜ਼ ਜਾਰੀ ਹੁੰਦੇ ਆ ਕਿ ਕਿਹਨੂੰ ਰੱਖਿਆ ਗਿਆ, ਕਿਹਨੂੰ ਮੋੜਿਆ ਗਿਆ। ਬੀਤੇ ਇੱਕ ਸਾਲ, ਮੇਰੇ ਖਿਆਲ ਨਾਲ ਅੱਜ ਤੋਂ 2 ਸਾਲ ਦੀ ਪਹਿਲਾਂ ਦੀ ਗੱਲ ਹੈ, ਇੱਥੋਂ 2 MLA ਪੰਜਾਬ ਦੇ ਆਏ ਸੀ, ਉਹਨਾਂ ਨੂੰ ਵਾਪਸ ਮੋੜਿਆ ਗਿਆ ਸੀ ਕੈਨੇਡਾ ਤੋਂ। ਉਹਨਾਂ ਦੀ ਜਾਣਕਾਰੀ ਵੀ ਆਸੇ-ਪਾਸੇ ਹੀ ਬਾਹਰ ਆਈ ਸੀ ਵੀ ਕਰਤਾਰ ਸਿੰਘ ਸਦਵਾ ਤੇ ਉਹਨਾਂ ਨਾਲ ਸ਼ਾਇਦ ਸੰਦੋਆ ਸੀਗੇ ਗੜ੍ਹਸ਼ੰਕਰ ਤੋਂ, ਅਮਰਜੀਤ ਸੰਦੋਆ, ਇਹਨਾਂ ਨੂੰ ਵਾਪਸ ਮੋੜਿਆ ਗਿਆ ਸੀ।
ਤੇ ਇਸੇ ਤਰ੍ਹਾਂ ਹੁਣ ਇਹ ਜਿਹੜੇ ਵਿਦਿਆਰਥੀ ਆ ਇਹਨਾਂ ਨੂੰ ਫਿਲਹਾਲ ਇੱਥੇ ਐਂਟਰੀ ਨਹੀਂ ਦਿੱਤੀ ਜਾ ਰਹੀ ਆ। ਉਹਨਾਂ ਦੇ ਟਿਕਟਾਂ ਦੇ ਪੈਸੇ ਵੀ ਖਰਾਬ ਹੋਏ ਆ, ਜ਼ਰੂਰ ਉਹਨਾਂ ਦਾ ਦਿਲ ਵੀ ਟੁੱਟਿਆ ਹੋਊਗਾ, ਉਹਨਾਂ ਦਾ ਮਨ ਵੀ ਖਰਾਬ ਹੋਇਆ ਹੋਊਗਾ। ਪਰ ਫਿਲਹਾਲ ਜਿਹੜੀ ਆ ਕੈਨੇਡਾ ਜਿਹੜੇ ਉਹਨਾਂ ਨੇ ਆਪਣੇ ਕਾਨੂੰਨ ਹੱਲੇ ਬਣਾਏ ਹੋਏ ਨੇ, ਜਿਹੜੇ ਹੱਲੇ ਨਿਯਮ ਲਾਗੂ ਕੀਤੇ ਹੋਏ ਨੇ, ਉਹਨਾਂ ਦੇ ਅਨੁਸਾਰ ਉਹ ਹੱਲੇ ਖਰੇ ਨਹੀਂ ਉਤਰ ਰਹੇ ਸੀ। ਇਸ ਕਰਕੇ ਉਹਨਾਂ ਨੂੰ ਕੈਨੇਡਾ ਦੇ 에ਅਰਪੋਰਟ ਤੋਂ ਸਟੂਡੈਂਟਸ ਨੂੰ ਵਾਪਸ ਮੋੜਿਆ ਜਾ ਰਿਹਾ। ਕੁੱਲ ਮਿਲਾ ਕੇ ਵੀ ਕਿਹਾ ਜਾ ਸਕਦਾ ਹੈ ਕਿ ਜਿਹੜੇ ਵਿਦਿਆਰਥੀ ਜਿਨ੍ਹਾਂ ਨੂੰ ਪਰਮਿਟ ਮਿਲੇ ਹੋਏ ਆ ਕੈਨੇਡਾ ਜਾਣ ਦੇ ਲਈ, ਪਰ ਇੱਥੇ ਆਨਲਾਈਨ ਪੜ੍ਹਾਈ ਕਰ ਰਹੇ ਆ, ਜਾਣਾ ਚਾਹੁੰਦੇ ਆ ਐਜ਼ ਅਰਲੀ ਐਜ਼ ਪੋਸੀਬਲ, ਉਹਨਾਂ ਨੂੰ ਘੱਟੋ ਘੱਟ ਕੰਸਲਟ ਜ਼ਰੂਰ ਕਰਨਾ ਚਾਹੀਦਾ ਚੰਗੇ ਤਰੀਕੇ ਨਾਲ। ਇਹ ਜਿਹੜੀ ਖੱਜਲ ਖੁਆਰੀ ਆ ਕਿ ਤੁਸੀਂ ਇੱਥੋਂ ਫਲਾਈਟ 'ਚ ਬੈਠੇ ਕੈਨੇਡਾ ਦੇ ਵਿੱਚ ਜਾ ਕੇ ਉਤਰੇ, ਪਰ 에ਅਰਪੋਰਟ ਤੋਂ ਹੀ ਤੁਹਾਨੂੰ ਵਾਪਸ ਆਉਣਾ ਪਏਗਾ। ਇਹ ਕਿਉਂਕਿ ਜਿਹੜੀ ਗੱਲ ਤੁਸੀਂ ਕੀਤੀ ਹੈ ਕਿ ਬਹੁਤ ਸਾਰੇ ਵਿਦਿਆਰਥੀ ਜਿਹੜੇ ਆ ਉੱਥੇ ਜਾ ਕੇ ਪੜ੍ਹਾਈ ਦਾ ਖਰਚਾ ਆਪ ਚੁੱਕਣ ਦੇ ਲਈ ਜਿਹੜਾ ਉਹ ਆਸਵੰਦ ਹੁੰਦੇ ਆ, ਤੇ ਫਿਰ ਜਿਹੜਾ ਇਹ ਟਿਕਟ ਦਾ ਖਰਚਾ ਆ, ਕਿਉਂਕਿ ਇਸ ਵੇਲੇ ਟਿਕਟਾਂ ਮਿਲਦੀਆਂ ਵੀ ਬਹੁਤ ਮਹਿੰਗੀਆਂ ਨੇ, ਤੇ ਇਹ ਖੱਜਲ ਖੁਆਰੀ ਤੇ ਇਹ ਖਰਚਾ, ਇਹਨਾਂ ਦੋਨਾਂ ਚੀਜ਼ਾਂ ਤੋਂ ਬਚਿਆ ਜਾ ਸਕਦਾ ਜੇ ਚੰਗੇ ਤਰੀਕੇ ਨਾਲ ਕੰਸਲਟ ਕਰਕੇ ਹੀ ਜਿਹੜਾ ਆ, ਔਰ ਆਪਣੇ ਆਪ ਨੂੰ ਪ੍ਰਪੇਅਰ ਕਰਕੇ ਕਿ 에ਅਰਪੋਰਟ ਤੇ ਉਤਰਾਂਗੇ ਤੇ ਅਸੀਂ ਸੰਤੁਸ਼ਟ ਕਰ ਪਾਵਾਂਗੇ, ਉੱਥੋਂ ਦੇ ਜਿਹੜੇ ਇਮੀਗ੍ਰੇਸ਼ਨ ਵਾਲੇ ਨੇ ਉਹਨਾਂ ਨੂੰ ਸੰਤੁਸ਼ਟ ਕਰ ਪਾਵਾਂਗੇ ਕਿ ਸਾਡਾ ਇੱਥੇ ਆਉਣਾ ਲਾਜ਼ਮੀ ਸੀਗਾ, ਇਸ ਕਰਕੇ ਅਸੀਂ ਆਏ ਹਾਂ, ਤੇ ਉਹਨਾਂ ਲਈ ਇਹ ਖੱਜਲ ਖੁਆਰੀ ਜਿਹੜੀ ਆ ਉਹ ਨਹੀਂ ਹੋਏਗੀ। ਇਹ ਚੀਜ਼ਾਂ ਪਹਿਲਾਂ ਦੇਖਣ ਦੀ ਜ਼ਰੂਰਤ ਹੈ ਇਸ ਵੇਲੇ ਵਿਦਿਆਰਥੀਆਂ ਨੂੰ। ਜੀ, ਇੱਥੇ ਇੱਕ ਹੋਰ ਗੱਲ ਐਡ ਜਿਹੜੀ ਕਰਨ ਵਾਲੀ ਆ ਕਿ ਇਹ ਸੰਤੁਸ਼ਟ ਕਰਨਾ ਇਸ ਲਈ ਬਹੁਤ ਔਖਾ ਹੈ ਕਿਉਂਕਿ ਹੱਲੇ ਇੱਥੇ ਜਿਹੜੀ ਆ ਕਾਲਜ ਯੂਨੀਵਰਸਿਟੀਆਂ ਬਿਲਕੁਲ ਬੰਦ ਪਏ ਆ। ਸੋ ਉਹ ਕਹਿੰਦੇ ਵੀ ਜੇ ਤੁਸੀਂ ਪੜ੍ਹਨ ਆਏ ਆ ਤੇ ਫਿਰ ਜੇ ਕਾਲਜ ਯੂਨੀਵਰਸਿਟੀਆਂ ਬੰਦ ਪਏ ਆ ਫਿਰ ਤੁਹਾਡੇ ਇੱਥੇ ਆਉਣ ਦਾ ਹੱਲੇ ਕੋਈ ਤੁੱਕ ਨਹੀਂ ਬਣਦਾ। ਇਸ ਲਈ ਹੱਲੇ ਆਨਲਾਈਨ ਕਲਾਸਾਂ ਚੱਲ ਰਹੀਆਂ ਨੇ ਤੇ ਤੁਸੀਂ ਆਪਣੇ ਘਰਾਂ ਤੋਂ ਪੜ੍ਹ ਸਕਦੇ ਹੋ। ਸੋ ਇੱਕ ਵੱਡਾ ਕਾਰਨ ਹੈ ਜਿਹਦੇ ਕਰਕੇ ਕਿਸੇ ਵਿਦਿਆਰਥੀ ਨੂੰ ਇੱਥੋਂ ਮੋੜਿਆ ਜਾ ਰਿਹਾ। ਬਹੁਤ ਸਾਰੇ ਵਿਦਿਆਰਥੀ ਕੁਝ ਆ ਵੀ ਰਹੇ ਨੇ, ਇਹ ਜ਼ਰੂਰੀ ਨਹੀਂਗਾ ਕਿ ਹਰ ਇੱਕ ਨੂੰ ਹੀ ਮੋੜਿਆ ਜਾ ਰਿਹਾ। ਜਿਹੜੇ ਪਹਿਲਾਂ ਦੇ ਨੇ ਜਾਂ ਇੱਕ ਅੱਧਾ ਸਾਲ ਪਹਿਲਾਂ ਇੱਥੇ ਲਾ ਚੁੱਕੇ ਨੇ, ਉਹ ਕਿਤੇ ਆਪਣੇ ਮਾਪਿਆਂ ਨੂੰ ਮਿਲਣ ਗਏ ਹੋਏ ਸੀ, ਜਾਂ ਕਈ ਬਹੁਤ ਸਾਰੇ ਵਿਦਿਆਰਥੀ ਸੀ ਜਿਹੜੇ ਜਦੋਂ ਥੋੜਾ ਜਿਹਾ ਸਮੈਸਟਰ ਖਤਮ ਹੁੰਦਾ ਹੈ, ਵਿੱਚ 1-2 ਮਹੀਨੇ ਦੀਆਂ ਛੁੱਟੀਆਂ ਹੁੰਦੀਆਂ, ਉਹ ਵਾਪਸ ਚਲੇ ਜਾਂਦੇ ਆ, ਮਿਲ ਕੇ ਦੁਬਾਰਾ ਵਾਪਸ ਆ ਜਾਂਦੇ ਆ। ਸੋ ਉਦਾਂ ਦੇ ਜਿਹੜੇ ਕੁਝ ਵਿਦਿਆਰਥੀ ਆ ਉਹਨਾਂ ਨੂੰ ਐਂਟਰੀ ਵੀ ਦਿੱਤੀ ਗਈ ਆ, ਪਰ ਕੁਝ ਵਿਦਿਆਰਥੀ ਆ ਉਹਨਾਂ ਨੂੰ ਮੋੜਿਆ ਵੀ ਗਿਆ। ਸੋ ਗੱਲ ਇਹ ਆ ਕਿ ਨਿਰਭਰ ਜਿਹੜਾ ਕਰਦਾ ਇਮੀਗ੍ਰੇਸ਼ਨ ਅਧਿਕਾਰੀਆਂ ਤੇ ਕਰਦਾ। ਖੈਰ ਜਸਵੀਰ ਜੀ, ਇਹ ਤਾਂ ਗੱਲ ਹੋ ਗਈ। ਆਪਣੇ ਕੋਲ ਮਹਿਜ 4 ਮਿੰਟ ਦਾ ਸਮਾਂ। ਮੈਂ ਚਾਹੁੰਦਾ ਕਿ ਧਰਮ ਸੋਤ ਹੋਣਾ ਬਾਰੇ ਕੱਲ ਤੁਸੀਂ ਇੱਕ ਖਬਰ ਬਹੁਤ ਅਹਿਮ ਸਾਂਝੀ ਕੀਤੀ ਸੀ ਕਿ ਇੱਕ 64 ਕਰੋੜ ਦਾ ਘਟਾਲਾ ਨਿਕਲ ਕੇ ਆਇਆ ਜਿਹੜੀ ਸਕਾਲਰਸ਼ਿਪ ਸਕੀਮ ਦੇ ਵਿੱਚੋਂ, ਉਹਦੇ ਤੇ ਹੁਣ ਕੀ ਅਪਡੇਟ ਹੈ? ਉਹਦੇ 'ਚ ਅਪਡੇਟ ਇਹ ਹੈ ਕਿ ਆਪਾਂ ਸੰਭਾਵਨਾ ਜਤਾਈ ਸੀ ਸਿਆਸਤ ਖੂਬ ਭਖੇਗੀ, ਔਰ ਸਿਆਸਤ ਭਖਣੀ ਸ਼ੁਰੂ ਹੋ ਗਈ ਹੈ। ਬਹੁਤ ਸਾਰੀਆਂ ਵਿਦਿਆਰਥੀ ਜਥੇਬੰਦੀਆਂ, ਭਾਰਤੀ ਜਨਤਾ ਪਾਰਟੀ, ਇਹਨਾਂ ਨੇ ਪ੍ਰੋਟੈਸਟ ਕਰਨਾ ਸ਼ੁਰੂ ਕਰ ਦਿੱਤਾ ਆ ਧਰਮਸੋਤ ਹੋਰਾਂ ਦੇ ਖਿਲਾਫ, ਔਰ ਨਾਲ ਦੀ ਨਾਲ ਆਮ ਆਦਮੀ ਪਾਰਟੀ ਨੇ ਤਾਂ ਇੱਥੋਂ ਤੱਕ ਵੀ ਕਹਿਤਾ ਹੈ ਕਿ ਇੱਕ ਤਾਂ ਇਸ ਮਾਮਲੇ ਦੀ ਜਾਂਚ ਕਰਵਾਈ ਜਾਵੇ, ਦੂਜਾ ਧਰਮਸੋਤ ਦੇ ਅਸਤੀਫੇ ਦੀ ਮੰਗ ਕੀਤੀ ਹੈ। ਜਦਕਿ ਧਰਮਸੋਤ ਦਾ ਦੂਜੇ ਪਾਸੇ ਇਹ ਕਹਿਣਾ ਹੈ ਕਿ ਜਿਹੜੇ ਅਫਸਰ ਨੇ ਵਿਭਾਗ ਦੇ ਨੇ ਮੇਰੇ ਉੱਤੇ ਘੁਟਾਲੇ ਦਾ ਆਰੋਪ ਲਾਇਆ ਆ, ਉਹ ਦਰਅਸਲ ਬਦਲੇ ਦੀ ਨੀਤੀ ਦੇ ਤਹਿਤ ਕੀਤਾ ਗਿਆ, ਕਿਉਂਕਿ ਉਹ ਕਿਸੇ ਦੀ ਅਪਾਇੰਟਮੈਂਟ ਚਾਹੁੰਦਾ ਸੀ, ਉਹ ਅਪਾਇੰਟਮੈਂਟ ਮੈਂ ਕੀਤੀ ਨਹੀਂ, ਇਸ ਕਰਕੇ ਇਹ ਸਾਰਾ ਕੁਝ ਜਾਣ ਬੁੱਝ ਕੇ ਪ੍ਰਸਾਰਿਤ ਕੀਤਾ ਜਾ ਰਿਹਾ ਤਾਂ ਕਿ ਮੇਰਾ ਅਕਸ ਜਿਹੜਾ ਉਹ ਖਰਾਬ ਹੋਵੇ। ਔਰ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਦਾਅਵਾ ਕੀਤਾ ਕਿ ਜਿਹੜੀ ਪੇਮੈਂਟ ਕੀਤੀ ਗਈ ਆ, ਜੇ ਉਹਦੇ ਉੱਤੇ ਮੇਰੇ ਕਿਸੇ ਵੀ ਫਾਈਲ ਦੇ ਉੱਤੇ ਦਸਤਖਤ ਹੋਣ, ਜਿਹੜੇ ਇਹ ਲਗਭਗ 64 ਕਰੋੜ ਰੁਪਈਆ ਆ ਉਹ ਖੁਰਦ-ਬੁਰਦ ਹੋਣ ਦੀ ਗੱਲ ਕੀਤੀ ਜਾ ਰਹੀ ਹੈ। ਕਹਿੰਦੇ ਉਸ ਨਾਲ ਸੰਬੰਧਿਤ ਕਿਸੇ ਵੀ ਫਾਈਲ ਦੇ ਉੱਤੇ ਮੇਰੇ ਦਸਤਖਤ ਹੋਣ, ਮਿਲ ਜਾਣ, ਦਿਖਾ ਦਿੱਤੇ ਜਾਣ, ਤੇ ਮੈਂ ਅਸਤੀਫਾ ਦੇਣ ਲਈ ਤਿਆਰ ਆ, ਕੋਈ ਵੀ ਸਜ਼ਾ ਭੁਗਤਣ ਲਈ ਤਿਆਰ ਆ, ਬਸ ਮੈਨੂੰ ਸਬੂਤ ਲਿਆ ਕੇ ਦੇ ਦਿਓ ਕਿ ਮੈਂ ਇਹ ਸਾਰਾ ਕੁਝ ਜਿਹੜਾ ਉਹ ਕੀਤਾ ਹੈ। ਸੋ ਕੁੱਲ ਮਿਲਾ ਕੇ ਕਹਿ ਸਕਦੇ ਹਾਂ ਵਿਰੋਧੀ ਪਾਰਟੀਆਂ ਨੂੰ ਇੱਕ ਮੁੱਦਾ ਮਿਲ ਗਿਆ ਸਰਕਾਰ ਦੇ ਖਿਲਾਫ, ਸੋ ਉਹ ਤਾਂ ਨਹੀਂ ਛੱਡਣਗੀਆਂ। ਹੁਣ ਧਰਮਸੋਤ ਹੋਰੀ ਆਪਣੇ ਆਪ ਨੂੰ ਪਾਕ ਸਾਫ਼ ਸਾਬਤ ਕਿੱਦਾਂ ਕਰਦੇ ਆ, ਇਹ ਉਹਨਾਂ ਲਈ ਬਹੁਤ ਵੱਡਾ ਸਵਾਲ ਹੋਏਗਾ। ਤੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਕੀ ਨਜ਼ਰੀਆ ਰਹਿੰਦਾ, ਉਹਨਾਂ ਦੀ ਸਰਕਾਰ ਦਾ ਕੀ ਨਜ਼ਰੀਆ ਰਹਿੰਦਾ ਇਸ ਮਾਮਲੇ ਦੇ ਵਿੱਚ, ਇਹਦੇ ਉੱਤੇ ਵੀ ਨਜ਼ਰ ਰਹੇਗੀ। ਜੇ ਤਾਂ ਧਰਮਸੋਤ ਹੋਰਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਆ ਬਿਨਾਂ ਜਾਂਚ ਤੋਂ, ਤੇ ਫਿਰ ਸਪਸ਼ਟ ਹੋ ਜਾਏਗਾ ਕਿ ਇਸ ਸਰਕਾਰ ਦੇ ਵੱਲੋਂ ਇਦਾਂ ਦੇ ਮਾਮਲਿਆਂ ਨੂੰ ਸੰਜੀਦਗੀ ਨਾਲ ਲਿਆ ਨਹੀਂ ਜਾਂਦਾ। ਜੇ ਹਟਾਇਆ ਜਾਂਦਾ ਆ ਤੇ ਆਪਣੇ ਤਰੀਕੇ ਦੀ ਸਿਆਸਤ ਭਖੇਗੀ, ਨਹੀਂ ਹਟਾਇਆ ਜਾਂਦਾ, ਜਾਂਚ ਦੇ ਵੱਲ ਤੋਰੀ ਜਾਂਦੀ ਗੱਲ, ਤੇ ਤਾਂ ਵੀ ਵਿਰੋਧੀ ਪਾਰਟੀਆਂ ਇਸ ਮਸਲੇ ਨੂੰ ਆਉਣ ਵਾਲੀਆਂ ਚੋਣਾਂ ਦੇ ਵਿੱਚ ਵੱਡਾ ਮੁੱਦਾ ਲਾਜ਼ਮੀ ਤੌਰ ਤੇ ਬਣਾਉਣਗੀਆਂ। ਕਹਿ ਸਕਦੇ ਹਾਂ ਕਿ ਧਰਮਸੋਤ ਹੋਰਾਂ ਲਈ ਤੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਲਈ ਇਹ ਮੁਸ਼ਕਲ ਦਾ ਸਬੱਬ ਬਣ ਸਕਦਾ ਆ। ਜੀ,
ਜੀ ਬਿਲਕੁਲ, ਮੇਰੇ ਖਿਆਲ ਨਾਲ ਪਹਿਲਾਂ ਵੀ, ਇਸ ਤੋਂ ਪਹਿਲਾਂ ਇੱਕ ਮੰਤਰੀ ਦੀ ਜਿਹੜੀ ਬਲੀ ਆ ਉਹ ਚੜ ਚੁੱਕੀ ਆ ਭ੍ਰਿਸ਼ਟਾਚਾਰ ਦੇ ਕੇਸਾਂ ਵਿੱਚ। ਹੁਣ ਦੇਖਦੇ ਹਾਂ ਕਿ ਅਗਲੇ ਤੇ ਕੀ ਜਿਹੜਾ ਹੁਣ ਮੁੱਦਾ ਆਇਆ ਇਹ ਤੇ ਕੀ ਬਣਦਾ। ਖੈਰ ਜਸਵੀਰ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਇਹਨਾਂ ਸਾਰੀਆਂ ਖਬਰਾਂ ਤੇ ਜਾਣਕਾਰੀ ਦੇਣ ਲਈ। ਸ਼ੁਕਰੀਆ ਮਨਦੀਪ ਜੀ। ਜੀ, ਸੋ ਇਹ ਸਨ ਅੱਜ ਦੀਆਂ ਖਬਰਾਂ, ਔਰ ਬਹੁਤ ਅਹਿਮ ਖਬਰਾਂ ਸਨ ਜਿਹਦੇ ਵਿੱਚ ਖਾਸ ਕਰਕੇ ਸ਼੍ਰੋਮਣੀ ਕਮੇਟੀ ਨਾਲ ਸੰਬੰਧਿਤ ਜੋ ਫੈਸਲੇ ਲੈ ਗਏ ਨੇ, ਔਰ ਇਸ ਤੋਂ ਬਾਅਦ ਜੋ ਕੇਂਦਰ ਦੀ GST ਮੀਟਿੰਗ ਹੋਈ ਆ ਉਹਦੇ ਬਾਰੇ ਬਹੁਤ ਵਿਸਤਾਰ ਨਾਲ ਜਸਵੀਰ ਹੋਣਾ ਨੇ ਸਾਨੂੰ ਦੱਸਿਆ। ਸੋ ਕੱਲ ਨੂੰ ਵੀ ਇਸੇ ਤਰ੍ਹਾਂ ਅਸੀਂ ਫੇਰ ਮੁੜ ਬੈਠਾਂਗੇ ਤਾਂ ਫਿਰ ਕਰਾਂਗੇ ਖਾਸ ਖਬਰਾਂ ਤੇ ਚਰਚਾ। ਤਦ ਤੱਕ ਤੁਸੀਂ ਦੇਖਦੇ ਰਹੋ TV ਪੰਜਾਬ।